ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੋਤ ਸਿੰਘ ਆਪਣੇ YouTube ਚੈਨਲ ਟਰੂ ਪ੍ਰਮੋਸ਼ਨ ਤੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ। ਅੱਜ ਦੇ ਸਾਡੇ ਜਿਹੜੇ ਸਪੈਸ਼ਲ ਗੈਸਟ ਨੇ ਬਹੁਤ ਦੂਰੋਂ ਚੱਲ ਕੇ ਆਏ ਨੇ ਤੇ ਇਹ ਇੱਕ ਐਸੀ ਕਲਾ ਦੇ ਵਿੱਚ ਆਪਣੇ ਟੈਲੈਂਟ ਨੂੰ ਪ੍ਰਮੋਟ ਕਰ ਰਹੇ ਨੇ ਜਿਨ੍ਹਾਂ ਤੋਂ ਅਸੀਂ ਤੁਹਾਡੇ ਸਾਰਿਆਂ ਨੂੰ ਜਾਣੂ ਕਰਾਵਾਂਗੇ। ਮੇਰੀ ਮੁਰਾਦ ਮੈਡਮ ਮੀਨਾਕਸ਼ੀ ਸ਼ਰਮਾ ਜੀ ਜੋ ਕਿ ਨਡਾਲੇ ਤੋਂ ਸਪੈਸ਼ਲੀ ਤੌਰ ਤੇ ਇੰਟਰਵਿਊ ਵਾਸਤੇ ਆਏ ਨੇ। ਸੋ ਮੈਡਮ ਮੀਨਾਕਸ਼ੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ। ਸਤਿ ਸ਼੍ਰੀ ਅਕਾਲ ਸਰ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰਾ ਬਹੁਤ ਹੀ ਆਦਰ ਭਰਿਆ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਜਿੱਦਾਂ ਕਿ ਆਪਾਂ ਦੇਖਿਆ ਕਿ ਮੀਨਾਕਸ਼ੀ ਜੀ ਤੁਸੀਂ ਸਾਹਿਤਯ ਕਲਾ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋ, ਜਿਹਦੀ ਕਿ ਆਪਾਂ ਅੱਜ ਇੰਟਰਵਿਊ ਜਿਹਦੇ ਵਾਸਤੇ ਅੱਜ ਬਣਾ ਰਹੇ ਹਾਂ ਉਹਦੇ ਤੇ ਅਸੀਂ ਚਾਨਣਾ ਪਾਵਾਂਗੇ। ਪਰ ਆਪਾਂ ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ ਕਿ ਤੁਹਾਡਾ ਜਿਹੜਾ ਮੁੱਢਲਾ ਜੀਵਨ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਕਿਵੇਂ ਦਾ ਰਿਹਾ, ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਕੁਝ ਆਪਣੇ ਮਨ ਦੇ ਵਿਚਾਰ ਸ਼ੇਅਰ ਕਰੋ। ਮੁੱਢਲਾ ਜੀਵਨ ਤਾਂ ਮੈਂ ਇਦਾਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਸ ਤਰ੍ਹਾਂ ਪੰਜਾਬ ਦੀ ਹਰ ਧੀ ਦਾ ਹੁੰਦਾ ਹੀ ਆ, ਬਹੁਤ ਹੀ ਸਾਦਾ ਜਿਹਾ ਜੀਵਨ ਸੀ ਜੀ। ਤੇ ਮੈਂ ਆਪਣੇ ਨਾਨਕਿਆਂ ਦੇ ਘਰ ਹੀ ਪਲੀ ਬੜੀ ਜੀ। ਤੇ ਮਦਰ ਫਾਦਰ ਜਿਹੜੇ ਸੀਗੇ ਉਹ ਜੌਬ ਦੇ ਸਿਲਸਿਲੇ 'ਚ ਬਾਹਰ ਰਹਿੰਦੇ ਸੀ ਤੇ ਮੇਰੇ ਨਾਨੀ ਜੀ ਦੇ ਨਾਲ ਬਹੁਤ ਪਿਆਰ ਸੀ ਮੇਰਾ ਜੀ। ਤੇ ਮੈਨੂੰ ਬਹੁਤ ਉਹਨਾਂ ਨੇ ਲਾਈਫ ਦੇ ਵਿੱਚ ਗਾਈਡ ਵੀ ਕੀਤਾ ਤੇ ਘਰ ਦਾ ਵੀ ਕਾਫੀ ਕੰਮ ਉਹਨਾਂ ਕੋਲੋਂ ਹੀ ਮੈਂ ਸਿੱਖਿਆ। ਨਾਨੀ ਜੀ ਕੋਲ? ਨਾਨੀ ਜੀ ਕੋਲ। ਤੁਹਾਡੀ ਮਤਲਬ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਜਨਮ ਨਾਨਕੇ ਪਿੰਡ ਜ਼ਿਆਦਾ ਰਹੇ ਤੁਸੀਂ? ਹਾਂਜੀ, ਨਾਨਕੇ। ਬੇਸਿਕਲੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਬੇਸਿਕਲੀ ਜੀ ਮੈਂ ਨਕੋਦਰ ਤੋਂ ਆ, ਦਾਦਕੇ ਮੇਰੇ ਨਕੋਦਰ ਨੇ ਜੀ। ਤੇ ਉਸ ਤੋਂ ਬਾਅਦ ਅਸੀਂ ਕਪੂਰਥਲੇ ਹੀ ਚਲੇ ਗਏ ਸੀ, ਨਾਨਕੇ ਕਪੂਰਥਲੇ ਆ। ਤੁਹਾਡਾ ਜੰਮਪਲ ਜਿਹੜਾ ਕਹਿ ਲਈਏ ਕਪੂਰਥਲੇ ਦਾ? ਕਪੂਰਥਲੇ ਦੇ ਵਿੱਚ। ਹਾਂਜੀ। ਤੁਹਾਡੇ ਨਾਨੀ ਜੀ ਦੇ ਕੋਲ? ਹਾਂਜੀ। ਤੇ ਤੁਹਾਡਾ ਜਿਹੜਾ ਸਟੱਡੀ ਦਾ ਸਿਲਸਿਲਾ ਕਿਵੇਂ ਦਾ ਰਿਹਾ? ਸਟੱਡੀ ਮੈਂ ਜਦੋਂ ਛੋਟੀ ਸੀ ਉਦੋਂ ਤਾਂ ਸਟੱਡੀ ਤੋਂ ਭੱਜਦੀ ਸੀ ਜੀ। ਤੇ ਸਟੱਡੀ ਮੇਰੀ ਸਮਝ 'ਚ ਨਹੀਂ ਸੀ ਆਉਂਦੀ ਤੇ ਆਫਟਰ 10+1 ਤੋਂ ਬਾਅਦ ਮੈਨੂੰ ਮਤਲਬ ਹੌਲੀ ਹੌਲੀ ਜਿਹੜਾ ਆ ਉਹ ਜਾਚ ਆਈ ਥੋੜਾ ਬਹੁਤ। ਮੈਂ ਉਦੋਂ ਤੋਂ ਲਿਖਣਾ ਸ਼ੁਰੂ ਕੀਤਾ, ਪਰ ਇਹ ਸੀਗਾ ਕਿ ਲਿਖਦੀ ਸੀ, ਉਹਨੂੰ ਇੰਨੀ ਸਮਝ ਨਹੀਂ ਸੀਗੀ ਕਿ ਇਹ ਕੀ ਲਿਖਿਆ ਵਾ ਤੇ ਇਹਦੇ ਵਿੱਚ ਅੱਗੇ ਆਪਾਂ ਕੀ ਕਿਸੇ ਨੂੰ ਸੁਣਾਉਣਾ ਜਾਂ ਕਿੱਦਾਂ ਕਰਨਾ ਹੈ। ਉਸ ਟਾਈਮ ਤੇ ਸੋਚ ਹੀ ਨਹੀਂ ਸੀ, ਬਟ ਲਿਖਣ ਦਾ ਸ਼ੌਂਕ ਹੈ? ਹਾਂਜੀ। ਮਤਲਬ ਬਚਪਨ ਤੋਂ ਹੀ ਤੁਹਾਨੂੰ ਇਹ ਲਿਖਣ ਦਾ ਸ਼ੌਂਕ ਸੀਗਾ, ਬਟ ਸੋਚੀ ਨਹੀਂ ਸੀ ਵੀ ਮੈਂ ਕੀ ਲਿਖ ਰਹੀ ਹਾਂ। ਫਿਰ ਅੱਗੇ ਤੁਸੀਂ ਇਸ ਟੈਲੈਂਟ ਨੂੰ ਕਿਵੇਂ ਵਧਾਇਆ? ਅੱਗੇ ਮੈਂ ਆਪਣੀ ਮਾਸਟਰਸ ਇਨ ਹਿੰਦੀ ਕਰਨ ਦੇ ਲਈ ਮੈਂ ਹਿੰਦੂ ਕੰਨਿਆ ਕਾਲਜ ਕਪੂਰਥਲਾ 'ਚ ਐਡਮਿਸ਼ਨ ਲਈ ਸੀ ਜੀ। ਤੇ ਉੱਥੇ ਮੇਰੇ ਬਹੁਤ ਹੀ ਪਿਆਰੇ ਮੈਡਮ ਮੈਨੂੰ ਮਿਲੇ ਤੇ ਡਾਕਟਰ ਕੁਲਵਿੰਦਰ ਕੌਰ ਜੀ। ਤੇ ਇਸ ਵੇਲੇ ਵੀ ਉਹ ਉੱਥੇ ਹੈਡ ਆਫ ਦਾ ਡਿਪਾਰਟਮੈਂਟ ਨੇ ਜੀ। ਤੇ ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਤੇ ਇਸ ਚੀਜ਼ ਨੂੰ ਲੈ ਕੇ ਜੀ। ਤੇ ਉਹਨਾਂ ਨੇ ਮੈਨੂੰ ਅੱਗੇ ਦੱਸਿਆ ਕਿ ਇਹਨਾਂ ਜਿਹੜੀ ਜੋ ਵੀ ਮੈਂ ਲਿਖ ਰਹੀ ਆ ਇਹ ਕਵਿਤਾਵਾਂ ਨੇ ਤੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਸਾਰਿਆਂ ਦੇ ਅੱਗੇ ਪੇਸ਼ ਕੀਤਾ ਜਾ ਸਕਦਾ ਆ ਜੀ। ਤੇ ਬਹੁਤ ਵਧੀਆ ਚੀਜ਼ ਆ ਇਹ, ਉਹਨਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਜੀ। ਇਸ ਤੋਂ ਇਲਾਵਾ ਜਿੱਦਾਂ ਤੁਹਾਡਾ ਮਾਸਟਰਸ ਤੱਕ ਤੋਂ ਪਹਿਲਾਂ ਦਾ ਫਿਜ਼ੀਕਲੀ ਐਕਟੀਵਿਟੀ ਜਾਂ ਕੁਝ ਐਸੀਆਂ ਐਕਟੀਵਿਟੀਜ਼ ਕਾਲਜ ਟਾਈਮ 'ਚ ਜਾਂ ਸਕੂਲ ਟਾਈਮ 'ਚ ਕੈਸੀਆਂ ਸੀ ਤੁਹਾਡੀਆਂ ਜਿਨ੍ਹਾਂ ਨੂੰ ਤੁਸੀਂ ਉਸ ਟਾਈਮ ਤੇ ਪਰਫਾਰਮ ਕਰਦੇ ਰਹੇ ਹੋ? ਉਸ ਟਾਈਮ ਤੇ ਕੁਝ ਬਾਹਰਲੀਆਂ ਕੁਝ ਖਾਸ ਐਕਟੀਵਿਟੀਜ਼ ਨਹੀਂ ਸੀ, ਜ਼ਿਆਦਾਤਰ ਰੋਜ਼ੀ ਘਰ ਦੇ ਵਿੱਚ ਹੀ ਰਹੀ ਮੇਰੀ, ਕਿਉਂਕਿ ਫਿਰ ਮੈਂ ਆਫਟਰ 10th ਤੋਂ ਬਾਅਦ ਤਾਂ ਮੈਂ ਪੇਰੈਂਟਸ ਕੋਲ ਰਹਿਣ ਲੱਗ ਗਈ ਸੀ, ਉਹ ਵੀ ਕਪੂਰਥਲੇ ਸ਼ਿਫਟ ਹੋ ਗਏ ਸੀ ਤੇ ਫਿਰ ਘਰ ਦਾ ਕੰਮ ਕਰਨਾ ਤੇ ਆਪਣਾ ਪੜ੍ਹਨਾ, ਬਸ ਇੱਥੋਂ ਤੱਕ ਹੀ ਸੀਮਤ ਰਹੀ ਮੈਂ। ਜੋ ਨਾਰਮਲ ਕਲਚਰ ਸਾਡਾ ਕਿ ਬੇਟੀ ਨੂੰ ਜਿੰਨਾ ਪੜ੍ਹਾ ਕੇ ਉਸ ਤੋਂ ਬਾਅਦ ਘਰ ਦਾ ਕੰਮ ਸਿਖਾਇਆ ਜਾਵੇ, ਤੁਹਾਡੇ ਨਾਲ ਵੀ ਉਹੀ ਕੁਝ ਨਾਰਮਲ ਲਾਈਫ? ਹਾਂਜੀ। ਫਾਦਰ ਸਾਹਿਬ ਦੇ ਥੋੜੇ ਜਿਹੇ ਵਿਚਾਰ ਕਾਫੀ ਮਤਲਬ ਪੁਰਾਣੇ ਖਿਆਲਾਤ ਦੇ ਸੀਗੇ ਉਹ ਤੇ ਉਹਨਾਂ ਨੂੰ ਜ਼ਿਆਦਾ ਇਹੀ ਹੁੰਦਾ ਸੀ ਕਿ ਘਰ ਦਾ ਹਰ ਕੰਮ ਜਿਹੜਾ ਆ ਉਹ ਲੜਕੀ ਨੂੰ ਆਉਣਾ ਚਾਹੀਦਾ ਹੈ। ਬਿਲਕੁਲ। ਸਾਡੇ ਪੰਜਾਬ ਦਾ ਜੀ ਇਹ ਕਲਚਰ ਹੈ ਕਿ ਕੁੜੀਆਂ ਨੂੰ ਜਦੋਂ ਉਹਨਾਂ ਦੀ ਸਟੱਡੀ ਖਤਮ ਹੁੰਦੀ ਤੇ ਘਰ ਦਾ ਕੰਮ ਸਿਖਾਇਆ ਜਾਂਦਾ ਹੈ ਕਿ ਅਗਲੇ ਘਰ ਜਾ ਕੇ ਤੁਸੀਂ ਘਰ ਨੂੰ ਸਾਂਭਣਾ ਹੈ। ਤਾਂ ਤੁਹਾਡੇ ਨਾਲ ਵੀ ਉਹੀ ਕੁਝ ਨਾਰਮਲੀ ਆਪਾਂ ਕਹਿ ਲਈਏ? ਨਹੀਂ, ਮੇਰਾ ਥੋੜਾ ਜਿਹਾ ਇਹ ਰਿਹਾ ਕਿ ਮੇਰਾ ਮਤਲਬ ਬਚਪਨ ਤੋਂ ਹੀ ਮੈਂ ਮਤਲਬ ਖੇਡ ਖੂਡਵੇ ਦੇ ਵਿੱਚ ਵੀ ਘੱਟ ਰਹੀ ਹਾਂ ਜ਼ਿਆਦਾ। ਹਰ ਟਾਈਮ ਮਤਲਬ ਜਿੱਥੇ ਮੇਰੀ ਨਾਨੀ ਜੀ ਬੈਠੇ ਉਹਨਾਂ ਦੇ ਕੋਲ ਹੀ ਬੈਠੇ ਰਹਿਣਾ ਤੇ ਮਾਂ ਦੀ ਕਮੀ ਉਹਨਾਂ ਕਰਕੇ ਮਹਿਸੂਸ ਨਹੀਂ ਹੋਈ ਕਦੀ ਵੀ। ਤੇ ਬਾਹਰ ਬੱਚਿਆਂ ਨਾਲ ਖੇਡਣ ਵੀ ਬਹੁਤ ਘੱਟ ਜਾਣਾ, ਸਕੂਲੋਂ ਆਣਾ ਤੇ ਉਸ ਤੋਂ ਬਾਅਦ ਨਾਨੀ ਜੀ ਨਾਲ ਹੀ ਆਪਣਾ ਰਹਿਣਾ, ਰੋਜੀ ਉੱਥੇ ਰਹਿਣਾ। ਸੋ ਦੇਖਿਆ ਜਾਵੇ ਤੇ ਨਾਨੀ ਜੀ ਨਾਲ ਤੁਹਾਡਾ ਬਹੁਤ ਜ਼ਿਆਦਾ ਲਗਾਵ, ਬਹੁਤ ਪਿਆਰ।
ਕਿਸੇ ਵੇਲੇ ਮੈਂ ਉਹੀ ਸੋਚਦੀ ਹੁੰਦੀ 2014 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀਗੀ ਜੀ ਤੇ ਉਹਨਾਂ ਦੇ ਆਪਣੇ ਬੱਚੇ ਨਹੀਂ ਉਹਨਾਂ ਨੂੰ ਇੰਨਾ ਯਾਦ ਕਰਦੇ ਹੋਣੇ ਜਿੰਨਾ ਮੈਂ ਕਰਦੀ। ਜੀ ਲਗਾਵ ਹੁੰਦਾ ਹੈ ਜੀ। ਹਾਂਜੀ ਨਾਨੀ ਵੀ ਇੱਕ ਮਾਂ ਦੀ ਤਰ੍ਹਾਂ ਹੁੰਦੀ ਹੈ ਹਾਂਜੀ ਜੋ ਕਿ ਆਪਣੇ ਬੱਚਿਆਂ ਨੂੰ, ਦੋਤਿਆਂ ਨੂੰ, ਪੋਤਿਆਂ ਨੂੰ ਬਹੁਤ ਪਿਆਰ ਕਰਦੇ ਨੇ। ਸੋ ਤੁਹਾਨੂੰ ਵੀ ਬਜ਼ੁਰਗਾਂ ਦਾ ਪਿਆਰ ਮਿਲਿਆ, ਹਾਂਜੀ ਸ਼ਾਇਦ ਇਹੀ ਚੀਜ਼ ਸੀ ਕਿ ਉਹ ਤੁਹਾਨੂੰ ਅੱਜ ਇੱਥੇ ਤੱਕ ਉਹਨਾਂ ਦਾ ਆਸ਼ੀਰਵਾਦ ਜਿਹੜਾ ਹਾਂਜੀ ਲੈ ਬਿਲਕੁਲ ਆਇਆ। ਪਿਆਰ ਵੀ ਮਿਲਿਆ ਤੇ ਜੋ ਉਹਨਾਂ ਕੋਲੋਂ ਸੰਸਕਾਰ ਲਏ ਮੈਂ ਜੀ ਉਹ ਮੈਨੂੰ ਸਾਰੀ ਉਮਰ ਜਿਹੜਾ ਆ ਉਹ ਮੇਰੇ ਨਾਲ ਨੇ। ਜੀ ਜਦੋਂ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਤੁਹਾਡਾ ਕੋਈ ਤੁਸੀਂ ਇਨਸੀਡੈਂਟ ਦੱਸ ਰਹੇ ਸੀ ਕਿ ਮੈਡਮ ਨੇ ਇੱਕ ਕਵਿਤਾ ਤੁਹਾਡੀ ਸੁਣੀ ਜਾਂ ਕੁਛ, ਹਾਂਜੀ। ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ। ਮੈਂ ਇਹ ਕੀ incident ਸੀ? ਜਦੋਂ ਕਵਿਤਾ ਲਿਖਦੀ ਸੀ ਤਾਂ ਉਹਦੇ 'ਚ ਕੁਝ ਇਹ ਨਹੀਂ ਸੀਗਾ ਕਿ ਮੈਂ ਕਿਸੇ ਨੂੰ ਸੁਣਾਉਂਦੀ ਜੀ। ਸੀ। ਉਹ ਕਵਿਤਾ ਲਿਖ ਕੇ ਮੈਂ ਆਪਣੇ ਕੋਲ ਰੱਖ ਲੈਣੀ ਤੇ ਕਲਾਸ ਦੇ ਵਿੱਚ ਮੈਡਮ ਖੜੇ ਸੀਗੇ ਤੇ ਉਹਨਾਂ ਨੇ ਨਾ ਮੇਰੇ ਕੋਲ ਟੇਬਲ ਦੇ ਉੱਪਰ ਮੇਰੀ ਕਵਿਤਾ ਪਈ ਦੇਖੀ ਤਾਂ ਉਹਨਾਂ ਨੇ ਪੜ੍ਹੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਬਹੁਤ ਅੱਛੀਆਂ ਲਾਈਨਾਂ ਲਿਖੀਆਂ ਨੇ ਤੇ ਇਹਨਾਂ ਨੂੰ ਤੁਸੀਂ ਕਿਉਂ ਨਾ ਕਾਲਜ ਦੇ ਵਿੱਚ ਕੰਪੀਟੀਸ਼ਨ ਹੋ ਰਿਹਾ ਉਹਦੇ 'ਚ ਤੁਸੀਂ ਜ਼ਰੂਰ ਪਾਰਟਿਸਿਪੇਟ ਕਰੋ ਤੇ ਉਹਦੇ 'ਚ ਸਾਨੂੰ ਲਿਖ ਕੇ ਦਿਓ। ਜੀ ਤੇ ਉਦੋਂ ਮੈਂ ਉਹ ਕਵਿਤਾ ਲਿਖੀ ਤੇ ਉਹ ਕੁਦਰਤੀ ਉਦੋਂ ਮੈਨੂੰ ਪ੍ਰਾਈਜ਼ ਵੀ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਹੀ ਮੈਡਮ ਨੇ ਮੈਨੂੰ ਅੱਗੇ ਗਾਈਡ ਕੀਤਾ ਕਿ ਇਹਨੂੰ ਕਿਵੇਂ ਤੁਸੀਂ ਦੂਰਦਰਸ਼ਨ ਕੇਂਦਰ ਦੇ ਵਿੱਚ ਜਾ ਕੇ ਤਾਂ ਪਰਫਾਰਮ ਕਰ ਸਕਦੇ ਹੋ। ਉੱਥੇ ਕਵੀ ਦਰਬਾਰ ਪ੍ਰੋਗਰਾਮ ਹੁੰਦਾ ਉਹ 'ਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ। ਜੀ ਬਹੁਤ ਉਹਨਾਂ ਨੇ ਮੈਨੂੰ ਗਾਈਡ ਕੀਤਾ। ਤੁਹਾਡੀ ਮੀਨਾਕਸ਼ੀ ਜੀ ਤੁਹਾਡੀ ਕੀ ਏਜ ਸੀ ਉਸ ਟਾਈਮ ਤੇ ਜਦੋਂ ਤੁਸੀਂ ਪਹਿਲੀ ਵਾਰੀ ਆਪਣੀ ਕਵਿਤਾ ਮੈਡਮ ਨੂੰ ਜਿਹੜੀ ਸੁਣਾਈ? ਮੈਂ ਉਦੋਂ ਐਮਏ ਸੈਕੰਡ ਈਅਰ ਦੇ ਵਿੱਚ ਸੀ। ਐਮਏ ਸੈਕੰਡ ਈਅਰ ਚ। ਤੇ ਕੀ ਤੁਸੀਂ ਉਹ ਕਵਿਤਾ ਦੀਆਂ ਕੁਝ ਲਾਈਨਾਂ ਸਾਡੇ ਦਰਸ਼ਕਾਂ ਤੱਕ ਸੁਣਾਉਣਾ ਕਰੋਗੇ ਕਿ ਉਹ ਕਿਹੜੀ ਕਵਿਤਾ ਸੀ ਜਿਹਨੇ ਤੁਹਾਨੂੰ ਪਹਿਲਾ ਬ੍ਰੇਕ ਦਵਾਇਆ? ਹਾਂਜੀ ਬਿਲਕੁਲ। ਮੈਂ ਜ਼ਿਆਦਾਤਰ ਤਾਂ ਮੈਂ ਆਪਣੇ ਜੋ ਵੀ ਜੀਵਨ ਤੋਂ ਸਿੱਖਿਆ ਉਹ ਕਹਿੰਦੇ ਨਾ ਕਿ ਕਵਿਤਾ ਮਨ ਕੇ ਭਾਵੋ ਕੀ ਸੁੰਦਰ ਅਭਿਵਿਅਕਤੀ ਹੈ। ਜੀ ਜੋ ਸਾਡੇ ਮਨ 'ਚ ਭਾਵ ਹੁੰਦੇ ਆ ਅਸੀਂ ਉਹੀ ਕਵਿਤਾ ਦਾ ਰੂਪ ਦੇ ਵਿੱਚ ਅਸੀਂ ਲੈ ਆਉਂਦੇ ਆ ਤੇ ਮੈਂ ਜ਼ਿਆਦਾ ਨਾਰੀ ਦੇ ਉੱਪਰ ਲਿਖਿਆ ਹੈ ਜੀ ਤੇ ਉਹ ਮੇਰੀਆਂ ਸੀਗੀਆਂ ਕੁਝ ਲਾਈਨਾਂ ਮੈਂ ਤੁਹਾਨੂੰ ਸੁਣਾ ਦਿੰਦੀ ਆ। मेरी कविता का विषय है काश ऐसा हो जाता, काश मेरे कहने और आपके सुनने मात्र से ही, काश मेरे कहने और आपके सुनने मात्र से ही इन सामाजिक कुरीतियों का समाधान हो जाता। जी बेटियों को कभी बोझ न समझा जाता, बेटियों को कभी बोझ न समझा जाता और बहुओं को कभी जिंदा न जलाया जाता। काश मेरे कहने और आपके सुनने मात्र से ही इन सामाजिक कुरीतियों का समाधान हो जाता। माता पिता को न कभी, माता पिता को न कभी बेटी के दहेज का डर सताता, माता पिता को न कभी बेटी के दहेज का डर सताता और शराब के नशे में न यूं कोई पति अपनी पत्नी पर हाथ उठाता। काश मेरे कहने और आपके सुनने मात्र से ही इन सामाजिक कुरीतियों का समाधान हो जाता। शिक्षा के नाम पर लोगों में, शिक्षा के नाम पर लोगों में लालच का ये बढ़ता कारोबार न होता, शिक्षा के नाम पर लोगों में लालच का यह बढ़ता कारोबार न होता और नौकरी पाने के लिए कोई व्यक्ति यूं बेबस और लाचार न होता। काश मेरे कहने और आपके सुनने मात्र से ही इन सामाजिक कुरीतियों का समाधान हो जाता। अपनों को अपनों से ही, अपनों को अपनों से ही खतरों का डर न सताता, अपनों को अपनों से ही खतरों का डर न सताता और समाज की अनैतिकता को देख मेरा मन न यूं भर आता। काश मेरे कहने और आपके सुनने मात्र से ही इन सामाजिक कुरीतियों का समाधान हो जाता। औरत तो जग की जननी है, औरत तो जग की जननी है, इस बात को हम सबका दिल है अपनाता। औरत तो जग की जननी है, इस बात को हम सबका दिल है अपनाता। परंतु यदि जननी की स्थिति ही इतनी दयनीय है, परंतु यदि जननी की स्थिति ही इतनी दयनीय है तो फिर देश का तरक्की से कैसे होगा नाता। काश मेरे कहने और आपके सुनने मात्र से ही इन सामाजिक कुरीतियों का समाधान हो जाता, इन सामाजिक कुरीतियों का समाधान हो जाता। धन्यवाद। ਸੋ ਇਹ ਸੀ ਇਹਨਾਂ ਦੀ ਇੱਕ ਕਵਿਤਾ ਜੋ ਇਹਨਾਂ ਨੇ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕੀਤਾ ਤੇ ਬਹੁਤ ਹੀ ਵਡਮੁੱਲੇ ਵਿਚਾਰ ਜੋ ਇਹਨਾਂ ਦੇ ਦਿਮਾਗ ਦੇ ਵਿੱਚ ਆਏ ਤੇ ਇਹਨਾਂ ਨੇ ਉਹ ਇੱਕ ਪੇਜ ਤੇ ਲਿਖ ਕੇ ਉਹਨੂੰ ਖਾਸ ਬਣਾਤਾ। ਸੋ ਅੱਗੇ ਵਧਦੇ ਹਾਂ ਜੀ।
ਤੇ ਮੀਨਾਕਸ਼ੀ ਜੀ, ਇਸ ਤੋਂ ਬਾਅਦ ਜਦੋਂ ਪਹਿਲਾਂ ਤੁਹਾਨੂੰ ਬ੍ਰੇਕ ਮਿਲਿਆ ਕਾਲਜ ਦੇ ਵਿੱਚ, ਸੋ ਇਹ ਮੀਨਾਕਸ਼ੀ ਜੀ ਇਹ ਸਫ਼ਰ ਕਿੰਨੀ ਕੁ ਦੇਰ ਕਿਵੇਂ ਚੱਲਿਆ? ਇਹ ਸਫ਼ਰ ਕਹਿ ਲਓ ਕਿ ਥੋੜੀ ਦੇਰ ਹੀ ਹੋਰ ਚੱਲ ਸਕਿਆ, ਜੀ। ਕਿਉਂਕਿ ਦੂਰਦਰਸ਼ਨ ਦੇ ਵਿੱਚ ਜਦੋਂ ਮੈਂ ਜਾਣਾ ਸ਼ੁਰੂ ਕੀਤਾ ਤੇ ਉਹ ਸਾਡੇ ਡਾਇਰੈਕਟਰ ਮੈਡਮ ਬਹੁਤ ਅੱਛੇ ਸੀਗੇ ਤੇ ਉਹਨਾਂ ਨੇ ਕਾਫੀ ਕਵੀ ਦਰਬਾਰ ਦੇ ਉੱਪਰ ਕੰਸੈਂਟਰੇਟ ਕੀਤਾ, ਉਹਨੂੰ ਸਾਹਿਤਿਆ ਨੂੰ ਜ਼ਿਆਦਾ ਪ੍ਰਮੋਟ ਕੀਤਾ ਤੇ ਉਹਦੇ ਤੇ ਪ੍ਰੋਗਰਾਮ ਕੀਤੇ। ਜੀ। ਉਸ ਤੋਂ ਬਾਅਦ ਦੂਰਦਰਸ਼ਨ ਦੇ ਵਿੱਚ ਹਿੰਦੀ ਵਿਭਾਗ ਦੇ ਡਾਇਰੈਕਟਰ ਨੇ ਸੁਸ਼ਮਾ ਗੁਪਤਾ ਮੈਮ, ਤੇ ਉਹਨਾਂ ਬਾਰੇ ਮੈਂ ਜ਼ਰੂਰ ਇੱਕ ਚੀਜ਼ ਦੀ ਪ੍ਰੇਜ਼ ਕਰਾਂਗੀ ਕਿ ਉਹ ਵਿਅਕਤੀ ਦੇ ਗੁਣਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਮੌਕਾ ਦਿੰਦੇ ਨੇ, ਨਾ ਕਿ ਉਹਨਾਂ ਨਾਲ ਕੋਈ ਜਾਣ ਪਹਿਚਾਣ ਹੁੰਦਿਆਂ ਹੋਇਆਂ ਜਾਂ ਕੋਈ ਸਪੋਰਟ ਹੁੰਦਿਆਂ ਹੋਇਆਂ। ਜੀ। ਤੇ ਮੈਡਮ ਦੀ ਬਹੁਤ ਇਹ ਖਾਸੀਅਤ ਹੈ ਕਿ ਬਹੁਤ ਵਧੀਆ ਨੇਚਰ ਦੇ ਨੇ ਤੇ ਮੈਨੂੰ ਮਾਂ ਦੀ ਤਰ੍ਹਾਂ ਕਾਫੀ ਵਾਰ ਉਹਨਾਂ ਨੇ ਗਾਈਡ ਕੀਤਾ, ਆਪਣਾ ਆਸ਼ੀਰਵਾਦ ਦਿੱਤਾ। ਬਾਅਦ ਮੈਡਮ ਜਿਹੜੇ ਸੀਗੇ ਉਹ ਚੇਂਜ ਹੋ ਗਏ, ਬਦਲ ਕੇ ਹੋਰ ਮੈਡਮ ਆਏ, ਉਹਨਾਂ ਦਾ ਰੁਝਾਨ ਕਵੀ ਦਰਬਾਰ ਵੱਲ ਘਟ ਰਿਹਾ। ਮਤਲਬ ਤੁਹਾਨੂੰ ਉਹ ਮੈਡਮ ਨੇ, ਜਿਹੜੇ ਮੈਡਮ ਸੀ ਤੁਹਾਡੇ, ਉਹਨਾਂ ਨੇ ਪ੍ਰਮੋਟ ਕੀਤਾ ਕਿ ਅੱਛੀ ਚੀਜ਼ ਲਿਖ ਰਹੇ ਹੋ ਤੇ ਕਵੀ ਦਰਬਾਰ ਤੱਕ ਤੁਹਾਡੀ ਜਿਹੜੀ ਹੈ ਉਹ ਅਪਰੋਚ ਕੀਤੀ। ਹਾਂਜੀ। ਤੇ ਕੁਝ ਮੈਨੂੰ ਰੇਡੀਓ ਸਟੇਸ਼ਨ ਦੇ ਵਿੱਚ ਵੀ ਚਾਂਸ ਮਿਲਿਆ ਜਾਣ ਦਾ, ਮੈਂ ਉਹ ਵੀ ਐਕਸਪੀਰੀਅੰਸ ਕੀਤਾ ਆ। ਤੇ ਉਸ ਤੋਂ ਬਾਅਦ ਮੈਂ ਪੰਜਾਬ ਕੇਸਰੀ ਦੇ ਨਾਲ ਜੁੜੀ, ਉੱਥੇ ਹਰ ਮੰਥ ਜਿਹੜਾ ਆ ਉਹ ਕੇਸਰੀ ਸਾਹਿਤਯ ਸੰਗਮ ਇੱਕ ਮੁਸ਼ਾਇਰਾ ਉਹ ਕਰਦੇ ਆ, ਬਹੁਤ ਵਧੀਆ। ਵਰਿੰਦਰ ਸ਼ਰਮਾ ਯੋਗੀ ਜੀ, ਜੋਗਿੰਦਰ ਕਿਸ਼ਨ ਸ਼ਰਮਾ ਜੀ ਹੁੰਦੇ ਉਹਦੇ 'ਚ, ਤੇ ਉਹਦੇ 'ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਬਹੁਤ ਹੋਰ ਕਵੀ ਆਏ ਹੁੰਦੇ, ਉਹਨਾਂ ਦੇ ਵਿਚਾਰ ਸੁਣੀਦੇ ਆ, ਬਾਊ ਜੀ ਦਾ ਆਸ਼ੀਰਵਾਦ ਲਈਦਾ ਆ। ਤੇ ਉਹ ਮੈਂ ਕਹਿੰਦੀ ਆ ਕਿ ਬਹੁਤ ਵਧੀਆ ਸਾਡੇ ਸਿਰ ਦੇ ਉੱਪਰ ਹੱਥ ਆ ਬਾਊ ਜੀ ਦਾ, ਤੇ ਅਸੀਂ ਬਹੁਤ ਕੁਝ ਸਿੱਖਦੇ ਆ ਉਹਨਾਂ ਕੋਲੋਂ। ਤੇ ਉਸ ਤੋਂ ਬਾਅਦ ਮੈਂ ਛੋਟੀਆਂ-ਛੋਟੀਆਂ ਸੰਸਥਾਵਾਂ ਦੇ ਨਾਲ ਜੁੜਦੀ ਗਈ। ਸਾਡੇ ਕਪੂਰਥਲੇ ਦੇ ਵਿੱਚ ਹੈ, ਵਿਰਸਾ ਵਿਹਾਰ ਦੇ ਵਿੱਚ ਹੈ, ਸਿਰਜਣਾ ਕੇਂਦਰ ਕਰਕੇ ਇੱਕ ਸੰਸਥਾ ਹੈ, ਤੇ ਆਸਾ ਸਿੰਘ ਘੁੰਮਣ ਜੀ ਨਡਾਲੇ ਤੋਂ ਹੀ ਨੇ, ਉਹ ਉੱਥੋਂ ਦੇ ਪ੍ਰਧਾਨ ਨੇ। ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਉਸ ਸੰਸਥਾ 'ਚ ਜਾਣਾ ਵੀ ਸ਼ੁਰੂ ਕੀਤਾ, ਉੱਥੋਂ ਵੀ ਬਹੁਤ ਕੁਝ ਸਿੱਖ ਰਹੀ ਹਾਂ। ਤੇ ਇਦਾਂ ਹੀ ਹੌਲੀ-ਹੌਲੀ ਸਫ਼ਰ ਚੱਲਦਾ ਰਿਹਾ। ਪੰਜਾਬ ਕੇਸਰੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੈਂ ਪੰਜਾਬ ਕੇਸਰੀ ਦੇ ਨਾਲ ਜੁੜੀ ਤੇ ਮੈਨੂੰ ਕਾਫੀ ਸਾਰੇ ਬ੍ਰੇਕ ਮਿਲੇ, ਤੁਸੀਂ ਆਪਣੀ ਜੋ ਕਵਿਤਾਵਾਂ ਨੂੰ ਉੱਥੇ ਪ੍ਰੈਜ਼ੈਂਟ ਵੀ ਕੀਤਾ ਹੋਊਗਾ, ਲੇਕਿਨ ਪੰਜਾਬ ਕੇਸਰੀ ਦੇ ਨਾਲ ਕਿਵੇਂ ਜੁੜਨਾ ਹੋਇਆ? ਮੈਂ ਇੱਕ ਦੂਰਦਰਸ਼ਨ ਦੇ ਵਿੱਚ ਲਾਈਵ ਪ੍ਰੋਗਰਾਮ ਕੀਤਾ ਸੀਗਾ, ਤ੍ਰੈਭਾਸ਼ੀ ਮੁਸ਼ਾਇਰਾ ਸੀਗਾ ਜੀ। ਤੇ ਵਰਿੰਦਰ ਸ਼ਰਮਾ ਯੋਗੀ ਜੀ, ਜਿਨ੍ਹਾਂ ਨੂੰ ਮੈਂ ਆਪਣੇ ਗੁਰੂ ਦਾ ਵੀ ਦਰਜਾ ਦਿੰਨੀ ਆ, ਤੇ ਉਹ ਵੀ ਉੱਥੇ ਆਪਣਾ ਜਿਹੜਾ ਆ ਮੁਸ਼ਾਇਰੇ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕਰਨਾ ਸੀ, ਉੱਥੇ ਆਏ ਸੀ, ਉੱਥੇ ਮੈਨੂੰ ਮਿਲੇ ਤੇ ਮੈਨੂੰ ਉਹਨਾਂ ਨੇ ਸੁਣਿਆ ਵੀ, ਤੇ ਮੈਨੂੰ ਉਹਨਾਂ ਨੇ ਮੇਰੀ ਕਵਿਤਾ ਸੁਣ ਕੇ ਇਹ ਅੱਗੇ ਸੁਜੈਸਟ ਕੀਤਾ ਕਿ ਤੁਸੀਂ ਜ਼ਰੂਰ ਪੰਜਾਬ ਕੇਸਰੀ ਦਾ ਜਿਹੜਾ ਆ ਉਹ ਹਿੱਸਾ ਬਣੋ, ਤੇ ਉੱਥੇ ਆ ਕੇ ਹੋਰ ਮੁਸ਼ਾਇਰੇ ਦੇ ਵਿੱਚ ਜਿਹੜੇ ਆ ਕਵੀ ਆਏ ਹੁੰਦੇ ਉਹਨਾਂ ਨੂੰ ਸੁਣ ਕੇ ਹੋਰ ਤੁਸੀਂ ਸਿੱਖੋ। ਤੇ ਉਸ ਤੋਂ ਬਾਅਦ ਮੈਂ ਉਹਨਾਂ ਦਾ ਕਹਿਣਾ ਮੰਨ ਕੇ ਉੱਥੇ ਜਾਣਾ ਸ਼ੁਰੂ ਕੀਤਾ, ਤੇ ਹੁਣ ਤੱਕ ਮੈਂ ਉਹਨਾਂ ਦਾ ਆਸ਼ੀਰਵਾਦ ਲੈ ਰਹੀ ਹਾਂ, ਵਰਿੰਦਰ ਜੀ ਦਾ। ਸੋ ਮੁਸ਼ਾਇਰੇ ਜਿਹੜੇ ਤੁਸੀਂ ਦੱਸ ਰਹੇ ਹੋ, ਉਹਨਾਂ ਵਿੱਚ ਤੁਸੀਂ ਆਪਣੀ ਕਵਿਤਾਵਾਂ ਨੂੰ ਜਾਂ ਸ਼ੇਰੋ ਸ਼ਾਇਰੀ ਨੂੰ ਪ੍ਰੈਜ਼ੈਂਟ ਕੀਤਾ, ਉਸ ਤੋਂ ਬਾਅਦ ਤੁਸੀਂ ਇਸ ਪਲੇਟਫਾਰਮ ਨੂੰ ਕਿਵੇਂ ਅੱਗੇ ਲੈ ਕੇ ਗਏ? ਉਸ ਤੋਂ ਬਾਅਦ ਅੱਗੇ ਲਿਜਾਣ ਦਾ ਕੋਈ ਰਸਤਾ ਖਾਸ ਤਾਂ ਨਹੀਂ ਮਿਲਿਆ। ਇਹ ਆ ਕਿ ਮੈਂ ਆਪਣੀ ਇੱਕ ਜ਼ਰੂਰ ਸੰਸਥਾ ਜਿਹੜੀ ਆ ਉਹ ਇਸੇ ਸਾਲ ਦੇ ਵਿੱਚ ਸ਼ੁਰੂ ਕੀਤੀ ਆ, ਤੇ ਆਪਣੀ ਨਾਨੀ ਜੀ ਦੇ ਨਾਮ ਤੇ ਸ਼ੁਰੂ ਕੀਤੀ ਆ, ਕਮਲਾ ਦੇਵੀ ਸਾਹਿਤਿਕ ਮੰਚ ਦੇ ਨਾਮ ਤੋਂ। ਤੇ ਨਾਨੀ ਜੀ ਦਾ ਨਾਮ ਸੀ ਮੇਰਾ ਕਮਲਾ ਦੇਵੀ। ਤੇ ਹੁਣ ਉਸ ਸੰਸਥਾ ਦਾ ਜਿਹੜਾ ਮੇਨ ਮੋਟਿਵ ਮੈਂ ਇਹੀ ਰੱਖਿਆ ਵਾ ਕਿ ਜਿਹੜੇ ਬੱਚੇ ਸਾਹਿਤਯ ਤੋਂ ਦੂਰ ਹੋ ਰਹੇ ਆ ਜੀ, ਉਹਨਾਂ ਨੂੰ ਸਾਹਿਤਯ ਦੇ ਪ੍ਰਤੀ ਜਿਹੜਾ ਆ ਉਹ ਜਾਗਰੂਕ ਕਰਨਾ, ਉਹਨਾਂ ਨੂੰ ਲਿਖਣ ਲਈ ਪ੍ਰੇਰਿਤ ਕਰਨਾ, ਤਾਂ ਕਿ ਉਹ ਆਪਣੇ ਜਿਹੜੇ ਮਨ ਦੇ ਭਾਵ ਆ ਸ਼ਬਦਾਂ ਦੇ ਰਾਹੀਂ ਲਿਖਣ। ਕਹਿੰਦੇ ਹੁੰਦੇ ਕਿ ਜਦੋਂ ਮਨ ਦੇ ਭਾਵ ਸ਼ਬਦਾਂ ਰਾਹੀਂ ਜਿਹੜੇ ਆ ਉਹ ਕਾਗਜ਼ ਦੇ ਉੱਪਰ ਉਤਰ ਜਾਂਦੇ ਆ, ਤੇ ਜਿਹੜਾ ਦਿਮਾਗ ਆ ਬਹੁਤ ਸ਼ਾਂਤ ਹੋ ਜਾਂਦਾ ਹੈ। ਜੀ ਬਿਲਕੁਲ। ਤੇ ਉਹਦੇ ਨਾਲ ਜਿਹੜਾ ਬੱਚਿਆਂ ਦਾ ਗੁੱਸਾ ਵੀ ਜਿਹੜਾ ਆ ਉਹ ਬਹੁਤ ਘਟੇਗਾ। ਤੇ ਮੈਨੂੰ ਤਾਂ ਇਹੀ ਆ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਸਾਹਿਤਯ ਦੇ ਨਾਲ ਜੁੜੇ। ਮੀਨਾਕਸ਼ੀ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਸਾਹਿਤਯ ਕਲਾ ਤੋਂ ਦੂਰ ਜਾ ਰਹੀ ਹੈ, ਜਾਂ ਆਪਾਂ ਪੁਰਾਣਾ ਟਾਈਮ ਦੇਖੀਏ ਤੇ ਸਾਹਿਤਯ ਕਲਾ ਦੇ ਨਾਲ ਬਹੁਤ ਹੀ ਐਸੇ ਵਧੀਆ ਫਨਕਾਰ ਜਿਨ੍ਹਾਂ ਨੂੰ ਅਸੀਂ ਦੂਰਦਰਸ਼ਨ ਤੇ ਦੇਖਦੇ ਵੀ ਰਹੇ ਹਾਂ, ਸੋ ਤੁਹਾਡੇ ਹਿਸਾਬ ਨਾਲ ਕਿਉਂ ਲੱਗਦਾ ਹੈ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਸਾਹਿਤਯ ਕਲਾ ਤੋਂ ਦੂਰ ਜਾ ਰਹੀ ਹੈ? ਇਹ ਆਪਣੀ ਜਿਹੜੀ ਅੱਜ ਦੀ ਪੀੜ੍ਹੀ ਆ ਇਹ ਕੁਝ ਤਾਂ ਸ਼ੋਅ ਆਫ ਜਿਹਨੂੰ ਆਪਾਂ ਕਹਿ ਦਿੰਦੇ ਉਹਦੇ 'ਚ ਜ਼ਿਆਦਾ ਹੋ ਗਈ ਆ, ਤੇ ਕੁਝ ਸਾਡੀ ਜਿਹੜੀ ਟੈਕਨੋਲੋਜੀ ਆ, ਮੋਬਾਈਲ ਜਿਹੜਾ ਆ ਸਾਡੇ ਹਰ ਇੱਕ ਦੇ ਹੱਥਾਂ ਦੇ ਵਿੱਚ ਆ ਗਿਆ, ਉਹਦੇ ਨਾਲ ਅਸੀਂ ਜਿਹੜਾ ਆਪਣਿਆਂ ਤੋਂ ਵੀ ਦੂਰ ਹੋ ਗਏ ਆ।
ਬਹੁਤ ਹੀ ਜ਼ਿਆਦਾ ਜਿਹੜਾ ਆ ਘਰ ਟੁੱਟਣ ਦਾ ਰੀਜ਼ਨ ਹੀ ਮੋਬਾਈਲ ਸਾਹਮਣੇ ਆ ਰਿਹਾ। ਤੇ ਮੋਬਾਈਲ ਦੇ ਨਾਲ ਅਸੀਂ ਦੋ ਜਾਣੇ ਜੇ ਰੂਮ 'ਚ ਬੈਠੇ ਆ ਤੇ ਦੋਨਾਂ ਦੇ ਹੱਥ 'ਚ ਵੱਖਰਾ ਵੱਖਰਾ ਮੋਬਾਈਲ ਆ, ਉਹ ਦੋਨੋਂ ਜਾਣੇ ਕੋਲ ਹੋ ਕੇ ਵੀ ਕੋਲ ਨਹੀਂ ਹੈਗੇ ਤੇ ਉਹ ਮੋਬਾਈਲ ਦੇ ਜ਼ਰੀਏ ਉਹ ਹੋਰਾਂ ਲੋਕਾਂ ਦੇ ਨੇੜੇ ਜ਼ਿਆਦਾ ਬੰਦਾ ਹੋ ਜਾਂਦਾ ਆ ਤੇ ਜਿਹੜਾ ਘਰਦਿਆਂ ਤੋਂ ਦੂਰ ਹੋ ਜਾਂਦਾ ਬੰਦਾ ਜੀ। ਸੋ ਤੁਹਾਡੇ ਹਿਸਾਬ ਨਾਲ ਇਹ ਚੀਜ਼ ਜਿਹੜੀ ਆ ਮੋਬਾਈਲ ਦੇ ਫਾਇਦੇ ਵੀ ਨੇ ਤੇ ਨੁਕਸਾਨ ਅੱਜ ਦੀ ਏਜ 'ਚ ਜ਼ਿਆਦਾ ਨੇ। ਹਾਂਜੀ ਬਿਲਕੁਲ, ਫਾਇਦੇ ਤਾਂ ਮੈਨੂੰ ਲੱਗਦਾ ਘੱਟ ਹੀ ਨੇ। ਉਹ ਜਿਹੜਾ ਫਾਇਦਾ ਸੀਗਾ ਉਹ ਤੇ ਚਲੋ ਨਾ ਵੀ ਜੇ ਹੁੰਦਾ ਤੇ ਠੀਕ ਸੀ। ਜ਼ਿਆਦਾ ਨੌਲੇਜ ਦੇਣ ਦੇ ਚੱਕਰ ਦੇ ਵਿੱਚ ਜਿਹੜੀ ਮਾੜੀ ਮੋਟੀ ਨੌਲੇਜ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲਦੀ ਸੀ, ਮੋਬਾਈਲ ਨੇ ਉਹ ਵੀ ਖੋਲੀ। ਬਿਲਕੁਲ, ਹੁਣ ਬਜ਼ੁਰਗਾਂ ਕੋਲ ਬੈਠਣ ਦਾ ਟਾਈਮ ਨਹੀਂ ਰਿਹਾ, ਬੱਚਿਆਂ ਕੋਲ ਆਨਲਾਈਨ ਕਲਾਸਾਂ ਲੱਗ ਰਹੀਆਂ ਨੇ, ਆਨਲਾਈਨ ਹੀ ਕੁਐਸਚਨਾਂ ਦੇ ਜਵਾਬ ਆ ਰਹੇ ਨੇ, ਸਾਰਾ ਕੁਝ ਆਨਲਾਈਨ ਹੀ ਹੋ ਰਿਹਾ ਆ ਤੇ ਨਾ ਕੋਈ ਮਾਪਿਓ ਦੀ ਵੈਲਿਊ ਰਹਿ ਗਈ, ਨਾ ਹੀ ਦਾਦੀ ਦਾਦੇ ਦੀ ਵੈਲਿਊ ਰਹਿ ਗਈ ਤੇ ਨਾ ਹੀ ਆਪਣੇ ਕਿਸੇ ਭੈਣ ਭਰਾ ਨਾਲ ਸਾਡੇ ਕੋਲ ਟਾਈਮ ਰਿਹਾ ਗੱਲ ਕਰਨ ਦਾ। ਸਾਨੂੰ ਨੇੜੇ ਲਿਆਉਣ ਦੀ ਬਜਾਏ ਮੋਬਾਈਲ ਨੇ ਦੂਰ ਕਰ ਦਿੱਤਾ। ਇਹੀ ਇੱਕ ਰੀਜ਼ਨ ਹੈ ਕਿ ਆਪਣੇ ਜਿਹੜੇ ਅੱਜ ਦੀ ਜਨਰੇਸ਼ਨ ਹੈ ਸਾਹਿਤਿਕ ਕਲਾ ਤੋਂ ਦੂਰ ਜਾ ਰਹੀ ਹੈ। ਸੋ ਤੁਹਾਡੇ ਮਾਈਂਡ ਦੇ ਵਿੱਚ ਐਸੀ ਕਿਹੜੀ ਗੱਲ ਹੈ ਕਿ ਆਪਾਂ ਅੱਜ ਦੀ ਪੀੜ੍ਹੀ ਨੂੰ ਸਾਹਿਤਿਕ ਕਲਾ ਦੇ ਨਾਲ ਦੁਬਾਰਾ ਜੋੜੀਏ? ਇਹਦੇ ਵਿੱਚ ਤੁਹਾਡੇ ਕੀ ਵਿਚਾਰ ਨੇ? ਮੇਰਾ ਤਾਂ ਸਰਕਾਰ ਅੱਗੇ ਇਹ ਬੇਨਤੀ ਆ ਕਿ ਸਭ ਤੋਂ ਪਹਿਲਾਂ ਤਾਂ ਇਹ ਨੈਟ ਨਾਮ ਦੀ ਜਿਹੜੀ ਹੈਗੀ ਹੈ ਬਲਾ, ਇਹਨੂੰ ਬੰਦ ਕਰ ਦੇਣਾ ਚਾਹੀਦਾ ਆ ਜੀ, ਤੇ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਫਿਰ ਤੋਂ ਦੁਬਾਰਾ ਉੱਦਾਂ ਹੀ ਸ਼ਾਪਸ ਤੇ ਬੁੱਕਸ ਲੈਣ ਜਾਣ ਤੇ ਬੁੱਕਸ ਵਾਲੀ ਸ਼ਾਪਸ ਦੇ ਉੱਤੇ ਉੱਦਾਂ ਹੀ ਰਸ਼ ਪਿਆ ਹੋਵੇ। ਜਦੋਂ ਅਸੀਂ ਆਪਣੇ ਟਾਈਮ ਤੇ ਜਾਂਦੇ ਹੁੰਦੇ ਸੀਗੇ ਤੇ ਅਸੀਂ ਉਹ ਜਿਹੜੇ ਬੁੱਕ ਦੇ ਪੈਸੇ ਹੁੰਦੇ ਸੀ ਅਸੀਂ ਉਹ ਵੀ ਬੁੱਕ ਸ਼ਾਪ ਵਾਲੇ ਨੂੰ ਅਸੀਂ ਰਿਕੁਐਸਟ ਕਰਨੀ ਕਿ ਇਹਦੇ ਵਿੱਚ ਸਾਨੂੰ ਹਾਫ ਰੇਟ ਤੇ ਕੋਈ ਬੁੱਕ ਮਿਲਦੀ ਤਾਂ ਉਹ ਦੇ ਦਿਓ। ਤੇ ਅੱਜ ਦੀ ਡੇਟ 'ਚ ਤਾਂ ਬਸ ਨੈਟ ਪਹੁੰਚ ਜਾਂਦੇ ਆ ਬੱਚੇ, ਬੁੱਕ ਖਰੀਦਣ ਨਹੀਂ ਜਾਂਦੇ। ਜਿਵੇਂ ਕਿ ਮੀਨਾਕਸ਼ੀ ਜੀ ਦਾ ਕਹਿਣਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਵਾਕਈ ਇਹ ਗੱਲ ਮੀਨਾਕਸ਼ੀ ਜੀ ਸਹੀ ਹੈ ਕਿ ਅਸੀਂ ਕਿਤਾਬਾਂ ਤੋਂ ਬਹੁਤ ਦੂਰ ਜਾ ਚੁੱਕੇ ਹਾਂ। ਡਿਜੀਟਲਾਈਜੇਸ਼ਨ ਜਿਹੜੀ ਸਾਡੇ ਸਮਾਜ ਦੇ ਵਿੱਚ ਇੱਕ ਆ ਚੁੱਕੀ ਆ, ਉਹਨੇ ਸਾਨੂੰ ਉਹਨਾਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਦੂਰ ਕਰਤਾ। ਇਹ ਵੀ ਇੱਕ ਰੀਜ਼ਨ ਹੈ ਕਿ ਆਪਾਂ ਪੰਜਾਬ ਦੇ ਵਿੱਚ ਸਾਹਿਤਿਕ ਕਲਾ ਨੂੰ ਦੁਬਾਰਾ ਨਹੀਂ ਜੋੜ ਪਾ ਰਹੇ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਸਾਹਿਤਿਕ ਕਲਾ ਨੂੰ ਪ੍ਰਮੋਟ ਕਰਨ ਲਈ ਕਿਤਾਬਾਂ ਲਿਖੀਆਂ ਨੇ ਮਾਂ ਬੋਲੀ ਪੰਜਾਬੀ ਦੇ ਵਿੱਚ, ਅਸੀਂ ਉਹ ਸਾਰੇ ਜਾਣੇ ਸਾਡਾ ਫਰਜ਼ ਬਣਦਾ ਹੈ। ਚਾਹੇ ਅਸੀਂ ਮੋਬਾਈਲ ਦੇ ਉੱਤੇ ਵੀ PDF ਫਾਈਲ ਆਉਂਦੀ ਹੈ, ਚਾਹੇ ਮੋਬਾਈਲ ਦਾ ਯੂਜ਼ ਕਰਕੇ ਅਸੀਂ ਉਹ ਸਾਹਿਤਿਕ ਕਲਾ ਨੂੰ ਪੜ੍ਹੀਏ, ਸਾਨੂੰ ਵੀ ਪਤਾ ਲੱਗੇ ਕਿ ਪੰਜਾਬ ਦੀ ਵਿਰਾਸਤ ਕਿੱਡੀ ਵੱਡੀ ਤੇ ਐਡੀ ਵਿਸ਼ਾਲ ਹੈ ਕਿ ਆਪਾਂ ਇੱਕ ਜ਼ਿੰਦਗੀ ਦੇ ਵਿੱਚ ਉਹ ਚੀਜ਼ ਨੂੰ ਨਹੀਂ ਪੜ੍ਹ ਸਕਦੇ। ਕਿਉਂ ਮੀਨਾਕਸ਼ੀ ਜੀ, ਮੈਂ ਬਿਲਕੁਲ ਸਹੀ ਕਹਿ ਰਿਹਾ ਸੀ? ਸੋ ਮੀਨਾਕਸ਼ੀ ਜੀ ਦਾ ਵੀ ਇਹੀ ਤੁਹਾਨੂੰ ਸਾਰਿਆਂ ਨੂੰ ਮੈਸੇਜ ਹੈ ਕਿ ਤੁਸੀਂ ਸਾਰੇ ਸਾਹਿਤਿਕ ਕਲਾ ਨੂੰ ਪਿਆਰ ਕਰੋ, ਦੁਬਾਰਾ ਆਪਾਂ ਉਹੀ ਚੀਜ਼ਾਂ ਨੂੰ ਪੜ੍ਹੀਏ ਤੇ ਕੁਝ ਉਹਨਾਂ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖੀਏ। ਚਾਹੇ ਸਾਡੇ ਕੋਲ ਮੋਬਾਈਲ ਨੇ, ਅਸੀਂ ਮੋਬਾਈਲ ਤੋਂ ਵੀ ਇਹ ਚੀਜ਼ ਸਿੱਖ ਸਕਦੇ ਹਾਂ। ਸੋ ਬਹੁਤ ਮੀਨਾਕਸ਼ੀ ਜੀ ਤੁਹਾਡੇ ਹਿਸਾਬ ਨਾਲ ਇਹ ਚੀਜ਼ ਸੌਖੀ ਨਹੀਂ ਹੋਗੀ ਕਿ ਪਹਿਲੇ ਸਾਨੂੰ ਬੁੱਕਸ ਤੋਂ ਪੜ੍ਹਨਾ ਪੈਂਦਾ ਸੀਗਾ, ਬਟ ਹੁਣ ਜੇ ਉਹੀ ਬੁੱਕਸ ਦੀ PDF ਫਾਈਲ ਸਾਡੇ ਮੋਬਾਈਲ 'ਚ ਆ ਜਾਵੇ ਤੇ ਆਪਾਂ ਉਹ ਚੀਜ਼ ਸਟੱਡੀ ਕਰੀਏ। ਬਿਲਕੁਲ ਸਰ, ਮੈਂ ਤਾਂ ਕਿਹਾ ਕਿ ਮੋਬਾਈਲ ਆਇਆ ਤਾਂ ਫਾਇਦੇ ਲਈ ਸੀਗਾ, ਬਟ ਉਹ ਫਾਇਦੇ ਵਾਲੀਆਂ ਚੀਜ਼ਾਂ 'ਚ ਆਪਾਂ ਧਿਆਨ ਨਹੀਂ ਦਿੱਤਾ। ਆਪਾਂ ਟਿਕਟੌਕ ਹੋ ਗਿਆ, ਹੋਰ ਪਤਾ ਨਹੀਂ ਟਿਕਟੌਕ ਬੰਦ ਹੋਇਆ ਤੇ ਹੋਰ ਕਾਫੀ ਕੁਝ ਚੱਲ ਰਿਹਾ ਬਹੁਤ ਐਪਲੀਕੇਸ਼ਨਸ ਆ ਤੇ ਉਹਦੇ 'ਚ ਆਪਾਂ ਬਿਜ਼ੀ ਰਹਿੰਦੇ ਆ ਤੇ ਸਾਰੀ ਜਿਹੜੀ ਆਪਣੀ ਜਨਤਾ ਆ ਉਹ ਹਰ ਬੰਦਾ ਜਿਹੜਾ ਟੀਵੀ ਤੇ ਆਉਣਾ ਚਾਹੁੰਦਾ, ਹਰ ਬੰਦਾ ਐਕਟਿੰਗ ਕਰ ਰਿਹਾ, ਕੁਝ ਡਾਂਸ ਕਰ ਰਿਹਾ, ਪਤਾ ਨਹੀਂ ਕੀ ਕੁਝ ਕਰੀ ਜਾ ਰਿਹਾ ਤੇ ਮਤਲਬ ਕਿਸੇ ਵੀ ਤਰੀਕੇ ਨਾਲ ਹਰ ਇਨਸਾਨ ਨੂੰ ਇਹੀ ਆ ਕਿ ਮੈਂ ਮਤਲਬ ਫੇਮਸ ਹੋਣਾ, ਮੈਨੂੰ ਕੋਈ ਜਾਣੇ। ਇਹ ਬਹੁਤ ਵਧੀਆ ਸੋਚ ਆ ਕਿ ਕੋਈ ਸਾਨੂੰ ਜਾਣੇ, ਪਰ ਕੋਈ ਤੁਹਾਨੂੰ ਅੱਛੇ ਕੰਮ ਤੋਂ ਜਾਣੇ। ਤੁਸੀਂ ਕੁਝ ਦੁਨੀਆ ਦਾ ਸਵਾਰੋ ਤਾਂ ਕੋਈ ਤੁਹਾਨੂੰ ਜਾਣੇ। ਤੁਸੀਂ ਕੁਝ ਏਦਾਂ ਦਾ ਲਿਖੋ ਜਾਂ ਕੁਝ ਏਦਾਂ ਦਾ ਪੜ੍ਹੋ ਜਾਂ ਕਿਸੇ ਦਾ ਕੁਝ ਏਦਾਂ ਦਾ ਹੈਲਪ ਕੋਈ ਕਰੋ ਤਾਂ ਤੁਹਾਨੂੰ ਕੋਈ ਜਾਣੇ। ਏਦਾਂ ਫੋਨ ਦੇ ਉੱਪਰ ਅਸੀਂ ਪਤਾ ਨਹੀਂ ਕਿੱਦਾਂ ਦੀਆਂ ਵੀਡੀਓਜ਼ ਪਾਉਂਦੇ ਆ ਲੋਕ, ਉਹਦੇ ਤਰੀਕੇ ਨਾਲ ਜੇ ਕਿਸੇ ਨੇ ਸਾਨੂੰ ਜਾਣਿਆ ਤੇ ਕੀ ਜਾਣਿਆ ਜੀ। ਮਤਲਬ ਜਿਹੜੀ ਸ਼ਰਮ ਆ ਨਾ ਉਹ ਤਾਂ ਹੁਣ ਹੈ ਹੀ। ਬਿਲਕੁਲ ਜੀ, ਬਿਲਕੁਲ ਸਹੀ। ਪੰਜਾਬ ਦਾ ਜਿਹੜਾ ਆ ਨਾ ਉਹ ਨਾਮ ਜਿਹੜਾ ਇੰਨਾ ਕੁ ਜ਼ਿਆਦਾ ਮਸ਼ਹੂਰ ਸੀਗਾ, ਪੰਜਾਬ ਦੇ ਪਹਿਰਾਵੇ ਨੂੰ ਲੈ ਕੇ, ਪੰਜਾਬ ਦੀਆਂ ਧੀਆਂ ਨੂੰ ਲੈ ਕੇ, ਪੰਜਾਬ ਦੇ ਪੁੱਤਾਂ ਨੂੰ ਲੈ ਕੇ, ਉਹਦੇ 'ਚ ਹੁਣ ਉਹ ਚੀਜ਼ ਤਾਂ ਬਿਲਕੁਲ ਹੀ ਖਤਮ ਹੀ ਹੋ ਗਈ ਆ। ਹੁਣ ਪੰਜਾਬ ਮਸ਼ਹੂਰ ਹੋ ਗਿਆ ਜਾਂ ਤਾਂ ਨਸ਼ਿਆਂ ਦੇ ਵਿੱਚ ਜਾਂ ਭਰੂਣ ਹੱਤਿਆ ਦੇ ਵਿੱਚ, ਤੇ ਜਾਂ ਸਾਡੀ ਅਖਬਾਰ ਏਦਾਂ ਭਰੀ ਹੁੰਦੀ ਆ ਕਿ ਕਿਸੇ ਨੇ ਆਪਣੇ ਨੂੰਹ ਦੇ ਉੱਪਰ ਤੇਲ ਪਾਤਾ ਜਾਂ ਕਿਸੇ ਨੂੰਹ ਨੇ ਸੱਸ ਨੂੰ ਏਦਾਂ ਕਰ ਦਿੱਤਾ। ਇਹ ਕੁਝ ਅਖਬਾਰਾਂ 'ਚ ਸਮਾਜ ਦੇ ਵਿੱਚ ਇਹ ਚੀਜ਼ਾਂ ਬਹੁਤ ਹੀ ਗਲਤ ਜਿਹੜੀਆਂ ਤੁਸੀਂ ਦੱਸੀਆਂ ਇਹ ਵਾਪਰ ਰਹੀਆਂ ਨੇ ਤੇ ਵਾਪਰ ਚੁੱਕੀਆਂ ਵੀ ਨੇ। ਬਿਲਕੁਲ। ਸੋ ਇਸ ਟੌਪਿਕ ਦੇ ਉੱਤੇ ਤੁਸੀਂ ਕੁਝ ਆਪਣੇ ਮਨ ਦੇ ਭਾਵਾਂ ਨੂੰ ਕੁਝ ਜੇ ਲਿਖਿਆ ਤੇ ਉਹ ਪਲੀਜ਼ ਸਾਡੇ ਦਰਸ਼ਕਾਂ ਨੂੰ ਇਸ ਚੀਜ਼ ਬਾਰੇ ਤੁਸੀਂ ਸੁਣਾਓ ਆਪਣਾ।
ਮੇਰੀ ਕਵਿਤਾ ਦਾ ਵਿਸ਼ੇ ਹੈ ਮਨੁੱਖ ਕਿੱਥੇ ਹਟ ਰਿਹਾ। ਹਰ ਸਾਹ ਨਾਲ ਸਾਹ ਹੈ ਘਟ ਰਿਹਾ, ਹਰ ਸਾਹ ਨਾਲ ਸਾਹ ਹੈ ਘਟ ਰਿਹਾ, ਫੇਰ ਵੀ ਮਨੁੱਖ ਕਿੱਥੇ ਹਟ ਰਿਹਾ। ਮੇਰੀ ਮੇਰੀ ਕਰਦਾ ਹੋਇਆ, ਮੇਰੀ ਮੇਰੀ ਕਰਦਾ ਹੋਇਆ ਇੱਕ ਦੂਜੇ ਦੇ ਦਿਲੋਂ ਹੈ ਲੱਥ ਰਿਹਾ। ਹਰ ਸਾਹ ਨਾਲ ਸਾਹ ਹੈ ਘਟ ਰਿਹਾ, ਫੇਰ ਵੀ ਮਨੁੱਖ ਕਿੱਥੇ ਹਟ ਰਿਹਾ। ਆਪਣੇ ਤੋਂ ਮਾੜੇ ਨੂੰ ਦਬਾ ਕੇ, ਆਪਣੇ ਤੋਂ ਮਾੜੇ ਨੂੰ ਦਬਾ ਕੇ ਲੋਕਾਂ ਵਿੱਚ ਵਾਹ ਵਾਹੀ ਖੱਟ ਰਿਹਾ। ਆਪਣੇ ਤੋਂ ਮਾੜੇ ਨੂੰ ਦਬਾ ਕੇ ਲੋਕਾਂ ਵਿੱਚ ਵਾਹ ਵਾਹੀ ਖੱਟ ਰਿਹਾ। ਮੇਰੀ ਸੁਣੋ ਬਸ ਮੈਂ ਹੀ ਸਿਆਣਾ, ਮੇਰੀ ਸੁਣੋ ਬਸ ਮੈਂ ਹੀ ਸਿਆਣਾ, ਬਸ ਇੱਕੋ ਗੱਲ ਹੈ ਰੱਟ ਰਿਹਾ। ਹਰ ਸਾਹ ਨਾਲ ਸਾਹ ਹੈ ਘਟ ਰਿਹਾ, ਫੇਰ ਵੀ ਮਨੁੱਖ ਕਿੱਥੇ ਹਟ ਰਿਹਾ। ਤੀਵੀਂ ਆਪਣੀ ਨੂੰ ਮੰਦੇ ਬੋਲ ਬੋਲ ਕੇ, ਤੀਵੀਂ ਆਪਣੀ ਨੂੰ ਮੰਦੇ ਬੋਲ ਬੋਲ ਕੇ ਉਹਦੀ ਬੇਬਸੀ ਤੇ ਹੱਸ ਰਿਹਾ। ਤੀਵੀਂ ਆਪਣੀ ਨੂੰ ਮੰਦੇ ਬੋਲ ਬੋਲ ਕੇ ਉਹਦੀ ਬੇਬਸੀ ਤੇ ਹੱਸ ਰਿਹਾ। ਪੀਰ ਪੈਗੰਬਰਾਂ ਦੀ ਧਰਤੀ ਤੇ ਰਹਿ ਕੇ, ਪੀਰ ਪੈਗੰਬਰਾਂ ਦੀ ਧਰਤੀ ਤੇ ਰਹਿ ਕੇ ਬਾਣੀ ਉਹਨਾਂ ਦੀ ਤੋਂ ਹੀ ਨੱਸ ਰਿਹਾ। ਹਰ ਸਾਹ ਨਾਲ ਸਾਹ ਹੈ ਘਟ ਰਿਹਾ, ਫਿਰ ਵੀ ਮਨੁੱਖ ਕਿੱਥੇ ਹਟ ਰਿਹਾ। ਪੈਸੇ ਦੀ ਦੌੜ ਵਿੱਚ ਸ਼ਾਮਿਲ ਹੋ ਕੇ, ਪੈਸੇ ਦੀ ਦੌੜ ਵਿੱਚ ਸ਼ਾਮਿਲ ਹੋ ਕੇ ਪੈਸੇ ਨਾਲ ਵਰਤੋਂ ਰੱਖ ਰਿਹਾ। ਪੈਸੇ ਦੀ ਦੌੜ ਵਿੱਚ ਸ਼ਾਮਿਲ ਹੋ ਕੇ ਪੈਸੇ ਨਾਲ ਵਰਤੋਂ ਰੱਖ ਰਿਹਾ। ਆਪਣੇ ਹੰਕਾਰ ਵਿੱਚ ਡੁੱਬਿਆ ਬੰਦਾ ਰੱਬ ਨੂੰ ਵੀ ਛੋਟਾ ਦੱਸ ਰਿਹਾ। ਹਰ ਸਾਹ ਨਾਲ ਸਾਹ ਹੈ ਘਟ ਰਿਹਾ, ਫਿਰ ਵੀ ਮਨੁੱਖ ਕਿੱਥੇ ਹਟ ਰਿਹਾ। ਰੋਟੀ ਦੀ ਭੁੱਖ ਮਿਟਾਉਣ ਲਈ, ਰੋਟੀ ਦੀ ਭੁੱਖ ਮਿਟਾਉਣ ਲਈ ਦਿਨ ਰਾਤ ਇੱਧਰ ਉੱਧਰ ਨੱਸ ਰਿਹਾ। ਰੋਟੀ ਦੀ ਭੁੱਖ ਮਿਟਾਉਣ ਲਈ ਦਿਨ ਰਾਤ ਇੱਧਰ ਉੱਧਰ ਨੱਸ ਰਿਹਾ। ਸੱਚ ਝੂਠ ਬੋਲ ਕੇ ਦੁਨੀਆ ਨੂੰ, ਸੱਚ ਝੂਠ ਬੋਲ ਕੇ ਦੁਨੀਆ ਤੋਂ ਲੱਖਾਂ ਕਰੋੜਾਂ ਵਟ ਰਿਹਾ। ਹਰ ਸਾਹ ਨਾਲ ਸਾਹ ਹੈ ਘਟ ਰਿਹਾ, ਫਿਰ ਵੀ ਮਨੁੱਖ ਕਿੱਥੇ ਹਟ ਰਿਹਾ। ਮਹਿਲ ਮਨਾਰੇ ਪਾ ਕੇ ਬਹਿ ਗਿਆ, ਮਹਿਲ ਮਨਾਰੇ ਪਾ ਕੇ ਬਹਿ ਗਿਆ ਜਿਵੇਂ ਸਦਾ ਲਈ ਇੱਥੇ ਵਸ ਰਿਹਾ। ਮਹਿਲ ਮਨਾਰੇ ਪਾ ਕੇ ਬਹਿ ਗਿਆ ਜਿਵੇਂ ਸਦਾ ਲਈ ਇੱਥੇ ਵਸ ਰਿਹਾ। ਦੁਨੀਆ ਤੇ ਸਦਾ ਨਹੀਂ ਰਹਿਣਾ ਬੰਦਿਆ, ਦੁਨੀਆ ਤੇ ਸਦਾ ਨਹੀਂ ਰਹਿਣਾ ਬੰਦਿਆ, ਕਿਉਂ ਆਪਣੇ ਮਨ ਨੂੰ ਭੁਲੇਖੇ ਵਿੱਚ ਰੱਖ ਰਿਹਾ। ਹਰ ਸਾਹ ਨਾਲ ਸਾਹ ਹੈ ਘਟ ਰਿਹਾ, ਫੇਰ ਵੀ ਮਨੁੱਖ ਕਿੱਥੇ ਹਟ ਰਿਹਾ, ਫੇਰ ਵੀ ਮਨੁੱਖ ਕਿੱਥੇ ਹਟ ਰਿਹਾ। ਸੋ ਇਹ ਸੀ ਮੀਨਾਕਸ਼ੀ ਜੀ ਦਾ, ਜੋ ਇਹਨਾਂ ਨੇ ਆਪਣੇ ਮਨ ਦੇ ਭਾਵ ਇਸ ਟੌਪਿਕ ਤੇ ਲਿਖੇ ਸੀ। ਸੋ ਮੀਨਾਕਸ਼ੀ ਜੀ, ਤੁਸੀਂ ਆਪਣਾ ਜਿਹੜਾ ਫ੍ਰੀ ਟਾਈਮ ਹੈ ਉਹ ਕਿਵੇਂ ਪਾਸ ਕਰਦੇ ਹੋ? ਫ੍ਰੀ ਟਾਈਮ ਦੇ ਵਿੱਚ ਸਰ ਮੈਂ ਆਪਣੇ ਹਸਬੰਡ ਨਾਲ ਹੈਲਪ ਕਰਾਉਣੀ ਆ। ਅਸੀਂ ਮਤਲਬ ਆਰਟੀਫੀਸ਼ੀਅਲ ਫਲਾਵਰ ਦਾ ਕੰਮ ਕਰਦੇ ਆ ਤੇ ਉਹਦੇ ਵਿੱਚ ਵੰਨ-ਸਵੰਨੇ ਫਲਾਵਰ ਲਿਆ ਕੇ ਉਹਨਾਂ ਨੂੰ ਕਿੱਦਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਡੈਕੋਰੇਟ ਕਰੀਏ। ਜਿਹੜੇ ਕਾਰਨਰਸ ਹੈਗੇ ਆ ਉਹਨੂੰ ਘਰਾਂ ਦੇ ਵਿੱਚ ਅਸੀਂ ਉਹ ਸਜਾ ਸਕਦੇ ਆ ਤੇ ਆਪਣੇ ਪਾਰਟੀ ਵਗੈਰਾ ਦੇ ਵਿੱਚ ਜਿਹੜੀ ਆ ਉਹ ਡੈਕੋਰੇਸ਼ਨ ਦਾ ਵੀ ਮਤਲਬ ਉਹਦੇ ਚ ਹਾਂਜੀ ਕੰਮ ਕਰਦੇ ਆ ਤੇ ਕਾਫੀ ਪੌਟਸ ਬਣਾਈਦੇ ਆ, ਬੁੱਕੇ ਬਣਾਈਦੇ ਆ ਤੇ ਫਲਾਵਰ ਦੇ ਵਿੱਚ ਮਤਲਬ ਆਪਣਾ ਜਿਹੜਾ ਸਾਰਾ ਸਮਾਂ ਆ ਉਹ ਬਤੀਤ ਕਰਦੀ। ਜਿਹੜਾ ਇਹ ਤੁਹਾਡਾ ਕੰਮ ਜਿਹੜਾ ਬਿਜ਼ਨਸ ਤੁਸੀਂ ਕਰਦੇ ਹੋ, ਆਪਣੇ ਹਸਬੰਡ ਦੀ ਹੈਲਪ ਕਰਦੇ ਹੋ, ਇਹ ਕਿਹੜੀ ਜਗ੍ਹਾ ਤੇ ਤੁਹਾਡਾ ਬਿਜ਼ਨਸ? ਸਰ ਸਾਡਾ ਹੈਗਾ ਮੇਨ ਨਡਾਲਾ ਬੱਸ ਸਟੈਂਡ ਤੇ ਆ ਤੇ ਨਡਾਲੇ ਜੀ ਅਸੀਂ ਉੱਥੇ ਰਹਿੰਦੇ ਆ ਤੇ ਉਹ ਸ਼ਾਪ ਵੀ ਉੱਥੇ ਹੀ ਆ। ਬੱਸ ਸਟੈਂਡ ਦੇ ਕੋਲ ਜਿਹੜਾ ਇਹਨਾਂ ਦਾ ਸ਼ਾਪ ਹੈ ਉੱਥੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਮੀਨਾਕਸ਼ੀ ਜੀ ਨੂੰ ਵੀ ਮਿਲ ਸਕਦੇ ਹੋ ਤੇ ਇਹਨਾਂ ਦੇ ਜਿਹੜੇ ਬਿਜ਼ਨਸ ਕਰਦੇ ਨੇ ਆਪਣੇ ਹਸਬੰਡ ਦੇ ਨਾਲ, ਉਹਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ। ਸੋ ਮੀਨਾਕਸ਼ੀ ਜੀ, ਗੱਲ ਨੂੰ ਅੱਗੇ ਵਧਾਉਂਦੇ ਆ ਕਿ ਇੱਕ ਸਵਾਲ ਜਿਹੜਾ ਮੈਂ ਹਰ ਇੱਕ ਪਰਸਨ ਨੂੰ ਪੁੱਛਦਾ ਹਾਂ, ਲੋਕਡਾਊਨ ਕਿਵੇਂ ਦਾ ਨਿਕਲਿਆ? ਲੋਕਡਾਊਨ ਸਰ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸਿਖਾ ਕੇ ਗਿਆ ਆ ਤੇ ਮੈਂ ਵੀ ਬਹੁਤ ਕੁਝ ਸਿੱਖਿਆ ਆ ਕਿ ਜਦੋਂ ਲੋਕਡਾਊਨ ਦੇ ਵਿੱਚ ਮਤਲਬ ਸਾਡੇ ਕੰਮ ਧੰਦੇ ਸਾਰੇ ਬੰਦ ਹੋ ਜਾਂਦੇ ਆ ਤੇ ਉੱਥੇ ਮੇਰੇ ਹਸਬੰਡ ਦੀ ਇੱਕ ਸੋਚ ਹੋਰ ਉੱਠ ਕੇ ਆਈ ਕਿ ਘਰ ਦੇ ਵਿੱਚ ਹੀ ਕਿਸ ਤਰ੍ਹਾਂ ਜਿਹੜਾ ਆ ਉਹ ਬਿਜ਼ਨਸ ਸ਼ੁਰੂ ਕੀਤਾ ਜਾ ਸਕਦਾ ਹੈ ਤੇ ਮੈਂ ਬਹੁਤ ਪ੍ਰੇਜ਼ ਕਰਾਂਗੀ ਉਹਨਾਂ ਨੇ। ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਛੋਟੀ ਜਿਹੀ ਸ਼ਾਪ ਖੋਲੀ ਤੇ ਉਹਨੂੰ ਆਪਾਂ ਡਾਇਰੀ ਵੀ ਕਹਿ ਸਕਦੇ ਆ। ਮਤਲਬ ਉਹਦੇ ਚ ਦੁੱਧ ਦਹੀਂ ਸਾਰਾ ਕੁਝ ਮਤਲਬ ਮਾਰਨਿੰਗ ਜਲਦੀ ਉੱਠ ਕੇ ਲੈ ਕੇ ਆਉਣਾ, ਕਿਉਂਕਿ ਥੋੜਾ ਜਿਹਾ ਟਾਈਮ ਮਿਲਦਾ ਸੀਗਾ ਜਿਹਦੇ ਚ ਆਪਾਂ ਘਰੋਂ ਬਾਹਰ ਜਾ ਸਕਦੇ ਸੀ। ਤੇ ਬਹੁਤ ਅੱਛਾ ਉਹਨਾਂ ਨੇ ਸਭ ਨਾਲ ਲਿੰਕ ਬਣੇ ਕਰਕੇ ਤੇ ਬਹੁਤ ਅੱਛਾ ਉਸ ਕੰਮ ਨੂੰ ਚਲਾ ਵੀ ਲਿਆ। ਤੇ ਲਾਕਡਾਊਨ ਦੇ ਵਿੱਚ ਅਸੀਂ ਉੱਥੇ ਛੋਟੇ ਜਿਹੇ ਇੱਕ ਰੂਮ ਦੇ ਵਿੱਚ ਹੀ ਆਪਣਾ ਜਿਹੜਾ ਹੈ ਉਹ ਬਿਜ਼ਨਸ ਸ਼ੁਰੂ ਕੀਤਾ ਤੇ ਬਹੁਤ ਇੰਜੋਏ ਕੀਤਾ ਜੀ। ਦੇਖਿਆ ਜਾਵੇ ਤੇ ਮੀਨਾਕਸ਼ੀ ਜੀ ਨੇ ਬਹੁਤ ਹੀ ਹਾਰਡ ਵਰਕ ਜਿਹੜਾ ਆਪਣੇ ਹਸਬੰਡ ਦੇ ਨਾਲ ਕੀਤਾ ਤੇ ਅੱਜ ਵੀ ਉਹ
ਆਪਣੇ ਹਸਬੈਂਡ ਨੂੰ ਇਹ ਸਪੋਰਟ ਕਰਦੇ ਨੇ। ਤੁਹਾਨੂੰ ਕਿਹੋ ਜੀ ਸਪੋਰਟ ਹੈ ਆਪਣੇ ਹਸਬੈਂਡ ਦੀ ਕਿ ਉਹ ਇਸ ਕਲਾ ਨੂੰ ਲੈ ਕੇ ਕਿਵੇਂ ਦੇ ਤੁਹਾਨੂੰ ਸਪੋਰਟ ਕਰਦੇ ਨੇ? ਮੇਰੇ ਹਸਬੈਂਡ ਵੱਲੋਂ ਮੈਨੂੰ ਬੜੀ ਸਪੋਰਟ ਹੈਗੀ ਆ, ਕਿਉਂਕਿ ਮੈਂ ਜਲਦੀ ਫਿਰ ਵੀ ਥੱਕ ਜਾਂਦੀ, ਸ਼ੌਪ ਤੋਂ ਵੀ ਕੰਮ ਕਰਕੇ ਥੱਕ ਜਾਂਦੀ ਆ। ਤੇ ਸਾਡੇ ਘਰ 'ਚ ਏਦਾਂ ਦਾ ਬਿਲਕੁਲ ਵੀ ਨਹੀਂ ਹੈਗਾ ਕਿ ਖਾਣਾ ਸਿਰਫ ਲੇਡੀਜ਼ ਨੇ ਹੀ ਬਣਾਉਣਾ ਆ। ਤੇ ਅਸੀਂ ਬਿਲਕੁਲ ਹੀ ਸ਼ੌਪ ਤੇ ਵੀ ਮਿਲ ਕੇ ਕੰਮ ਕਰਦੇ ਆ, ਘਰ 'ਚ ਵੀ ਮਿਲ ਕੇ ਕੰਮ ਕਰਦੇ ਆ। ਤੇ ਅਗਰ ਬਾਈ ਚਾਂਸ ਕਿਤੇ ਜਾਣਾ ਪੈਂਦਾ, ਮੇਰਾ ਕੋਈ ਕਵੀ ਦਰਬਾਰ ਹੈ ਜਾਂ ਮੁਸ਼ਾਇਰਾ ਹੈ, ਤੇ ਉਹ ਪ੍ਰੋਪਰ ਪੂਰਾ ਸਾਥ ਦਿੰਦੇ ਆ। ਬਹੁਤ ਰੇਅਰ ਹੁੰਦਾ ਆ ਕਿ ਮੈਨੂੰ ਆਪਣੇ ਆਪ ਜਾਣਾ ਪੈਂਦਾ ਆ, ਤੇ ਨਹੀਂ ਤਾਂ ਮੈਨੂੰ ਲੈ ਕੇ ਵੀ ਜਾਂਦੇ ਆ। ਤੇ ਉਹਦੇ 'ਚ ਅਸੀਂ ਵੀ ਸ਼ੌਪ ਬੰਦ ਕਰ ਦੇਈਦੀ ਆ। ਜੀ ਬਹੁਤ ਵਧੀਆ ਜੀ। ਜੇ ਇੱਕ ਲੇਡੀ ਨੂੰ ਇੱਕ ਸਪੋਰਟ ਮਿਲੇ, ਕਿਉਂਕਿ ਦੇਖਿਆ ਜਾਵੇ ਤੇ ਹਸਬੈਂਡ ਨੂੰ ਸਪੋਰਟ ਤੇ ਲੇਡੀਜ਼ ਹਮੇਸ਼ਾ ਕਰਦੀਆਂ ਨੇ, ਬਟ ਲੇਡੀਜ਼ ਨੂੰ ਹਸਬੈਂਡ ਜਦੋਂ ਉਹਨਾਂ ਦੇ ਟੈਲੈਂਟ ਦੇ ਉੱਤੇ ਸਪੋਰਟ ਕਰਨ, ਤੇ ਮੈਨੂੰ ਲੱਗਦਾ ਹੈ ਕਿ ਇੱਕ ਮੈਸੇਜ ਹੈ ਮੀਨਾਕਸ਼ੀ ਜੀ ਵੱਲੋਂ ਕਿ ਜਿਹੜੀਆਂ ਲੇਡੀਜ਼ ਦੇ ਵਿੱਚ ਕੋਈ ਕੁਆਲਿਟੀ, ਕੋਈ ਟੈਲੈਂਟ ਜਿਹੜਾ ਉਹ ਅੱਜ ਦੇ ਸਮਾਜ ਦੇ ਵਿੱਚ ਦਿਖਾਉਣਾ ਚਾਹਣ, ਤੇ ਉਹਨਾਂ ਦੇ ਹਸਬੈਂਡ ਦਾ ਵੀ ਇੱਕ ਫਰਜ਼ ਬਣਦਾ ਹੈ ਕਿ ਉਹ ਉਹਨਾਂ ਨੂੰ ਸਪੋਰਟ ਕਰਨ, ਤੇ ਜੋ ਉਹਨਾਂ ਦਾ ਟੈਲੈਂਟ ਹੈ ਉਹ ਨਿਕਲ ਕੇ ਲੋਕਾਂ ਦੇ ਸਾਹਮਣੇ ਤੱਕ ਆ ਸਕੇ। ਜਿਵੇਂ ਕਿ ਸਾਡੇ ਸਾਹਮਣੇ ਐਗਜ਼ਾਮਪਲ ਨੇ ਮੀਨਾਕਸ਼ੀ ਜੀ, ਇਹਨਾਂ ਦੇ ਹਸਬੈਂਡ ਇਹਨਾਂ ਨੂੰ ਬਹੁਤ ਸਪੋਰਟ ਕਰਦੇ ਨੇ। ਤੇ ਮੀਨਾਕਸ਼ੀ ਜੀ, ਇਸ ਤੋਂ ਇਲਾਵਾ ਹੋਰ ਕਿਹੜੇ ਟੌਪਿਕਸ ਤੇ ਤੁਸੀਂ ਆਪਣੀਆਂ ਕਵਿਤਾਵਾਂ ਜਿਹੜੀਆਂ ਆਪਣੇ ਮਨ ਦੇ ਭਾਵਾਂ ਨੂੰ ਕਿਵੇਂ ਤੁਸੀਂ ਸਿਰਜਿਆ? ਇਸ ਤੋਂ ਇਲਾਵਾ ਮੈਂ ਇੱਕ ਫੌਜੀ ਦੇ ਉੱਪਰ ਕਵਿਤਾ ਲਿਖੀ ਸੀ, ਜਿਹੜੀ ਕਿ ਸਾਡੇ ਪੰਜਾਬ ਕੇਸਰੀ ਦੇ ਬਾਊ ਜੀ ਨੇ ਬਹੁਤ ਉਸ ਕਵਿਤਾ ਦੀ ਪ੍ਰੇਜ਼ ਕੀਤੀ ਸੀ। ਇਹ ਕਵਿਤਾ ਲਿਖਣ ਦਾ ਮੈਨੂੰ ਵਿਚਾਰ ਵੀ ਉੱਥੋਂ ਹੀ ਆਇਆ, ਕਿਉਂਕਿ ਸਾਡੇ ਪੰਜਾਬ ਕੇਸਰੀ ਦੇ ਵਿੱਚ ਬਾਊ ਜੀ ਸ਼ਹੀਦ ਪਰਿਵਾਰ ਫੰਡ ਜਿਹੜਾ ਪ੍ਰੋਗਰਾਮ ਹੈਗਾ ਉਹ ਕਰਦੇ ਆ, ਤੇ ਉਹਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਪਰਸਨ ਸ਼ਹੀਦ ਹੋਏ ਨੇ ਜੰਗ ਵਿੱਚ, ਉਹਨਾਂ ਨੂੰ ਉਹ ਆਪਣੇ ਵੱਲੋਂ ਜਿਹੜਾ ਆ ਉਹ ਫੰਡ ਦਿੰਦੇ ਆ। ਤੇ ਉਹਨਾਂ ਬਾਰੇ ਬਹੁਤ ਦੱਸਿਆ ਜਾਂਦਾ ਕਿ ਉਹ ਪਰਿਵਾਰ ਕਿੰਨੇ ਕੁ ਜ਼ਿਆਦਾ ਜਿਹੜੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਵੱਲੋਂ ਵੀ ਉਹਨਾਂ ਦੀ ਸਪੋਰਟ ਕੀਤੀ ਜਾਂਦੀ ਹੈ, ਪਰ ਬਾਊ ਜੀ ਆਪਣੇ ਬੇਸ ਤੇ ਵੀ ਉਹਨਾਂ ਨੂੰ ਸਪੋਰਟ ਕਰਦੇ ਆ। ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਨੂੰ ਇੱਕ ਫੰਡ ਦਿੱਤਾ ਜਾਂਦਾ ਆ, ਤੇ ਉਹ ਪ੍ਰੋਗਰਾਮ ਅਟੈਂਡ ਕਰਨ ਤੋਂ ਬਾਅਦ ਹੀ ਮੈਨੂੰ ਪ੍ਰੇਰਨਾ ਮਿਲੀ ਕਿ ਇੱਕ ਫੌਜੀ ਦੇ ਜਿਹੜੇ ਜੀਵਨ ਆ ਉਹਦੇ ਉੱਪਰ ਵੀ ਜਿਹੜੀ ਕਵਿਤਾ ਆ ਉਹ ਲਿਖੀ ਜਾ ਸਕਦੀ ਆ। ਜਿਵੇਂ ਦੋਸਤੋ ਤੁਸੀਂ ਲਿਖਿਆ ਕਿ ਫੌਜੀ ਭਰਾ ਸਾਡੇ ਜਿਹੜੇ ਜਿਨ੍ਹਾਂ ਕਰਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ, ਤੇ ਜਦੋਂ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਤੇ ਦਿਲ ਨੂੰ ਇੱਕ ਦੁੱਖ ਵੀ ਬੜਾ ਲੱਗਦਾ ਹੈ, ਲੇਕਿਨ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਪਰਿਵਾਰ ਦੀ ਹਰ ਤਰ੍ਹਾਂ ਨਾਲ ਸੇਵਾ ਕਰੀਏ, ਉਹਨਾਂ ਦੀ ਰਿਸਪੈਕਟ ਕਰੀਏ, ਬਣਦੀ ਰਿਸਪੈਕਟ ਦਈਏ, ਤੇ ਕਿਸੇ ਵੀ ਚੀਜ਼ ਦੀ ਲੋੜ ਉਹਨਾਂ ਦੀ ਜਿਹੜੀ ਆ ਕਿਸੇ ਵੀ ਮਾਧਿਅਮ ਤੋਂ ਪੂਰੀ ਕਰੀਏ। ਸੋ ਆਓ ਅਸੀਂ ਸੁਣਦੇ ਹਾਂ ਕਿ ਮੀਨਾਕਸ਼ੀ ਜੀ ਨੇ ਉਹਨਾਂ बहादुर फौजियों वास्ते की लिखा। मेरी कविता का विषय है फौजी। बॉर्डर की जंग खत्म होते ही, बॉर्डर की जंग खत्म होते ही मैंने अपने अफसर महोदय से कुछ दिनों की छुट्टी की अर्जी लगाई। बॉर्डर की जंग खत्म होते ही मैंने अपने अफसर महोदय से कुछ दिनों की छुट्टी की अर्जी लगाई। अफसर महोदय ने कुछ टाल मटोल किया, अफसर महोदय ने कुछ टाल मटोल किया, फिर मेरी अर्जी पर मंजूरी लगाई। अगली ही सुबह मैं जल्दी उठकर तैयार हो गया, अगली ही सुबह मैं जल्दी उठकर तैयार हो गया। गांव वापस जाने की खुशी में मन तो जैसे बावला सा हो गया। मेरी खुशी का अंदाजा लगा, मेरी खुशी का अंदाजा लगा, मेरे साथियों का हाल बेहाल हो गया। कहने लगे वो मुझसे, कहने लगे वो मुझसे कि फौज की नौकरी तो कर ली, परंतु घर परिवार से मन अनजान हो गया। गांव की गलियों में करीब 4 साल बाद पांव रखने को मिला, गांव की गलियों में करीब 4 साल बाद पांव रखने को मिला। मेरे चेहरे पर जैसे कोई ताजा फूल हो खिला। मुझे वो एक एक चेहरा याद था आज भी, मुझे वो एक एक चेहरा याद था आज भी, जिसे बॉर्डर पर जाते वक्त मैं आखिरी बार था मिला। गांव के बस स्टॉप पर उतरकर, गांव के बस स्टॉप पर उतरकर मैं पैदल ही अपने घर की तरफ चला। गांव की कच्ची सी गलियों में कोई हलचल नहीं थी, ना तो बहू बेटियों की बातें करने की आवाजें, ना ही किसी मोड़ पर खेल रहे बच्चों का शोर। ऐसी स्थिति ने मेरे मन को कुछ कुचला। घर पहुंचा तो बच्चे भागकर मुझसे लिपट गए, घर पहुंचा तो बच्चे भागकर मुझसे लिपट गए। बीवी की आंखें भी खुशी से नम हो गई।
माता पिता भी सुकून से मेरी बाहों में सिमट गए। बहुत सालों बाद एक साथ बैठकर खाना खाने का दिन आया। बहुत सालों बाद एक साथ बैठकर खाना खाने का दिन आया। आज माँ ने अपने हाथों से मेरे मन को भाता पकवान बनाया। बातों बातों में मुझे माँ ने बात बताई। बातों बातों में मुझे माँ ने बात बताई कि गांव की हवा में अब बहुत खराबी है भर आई। बच्चों की चोरी ने पूरे गांव में धूम है मचाई और बहू बेटियों की इज्जत तो जैसे राख के भाव है लगाई। मेरा मन यह सब सुन शर्मसार हो गया। मेरा मन यह सब सुन शर्मसार हो गया। बॉर्डर पर दुश्मन को हराकर मैंने कौन सा बड़ा तीर मार लिया। बॉर्डर पर दुश्मन को हराकर मैंने कौन सा बड़ा तीर मार लिया। मेरा देश तो फिर भी ऐसे घिनौने अपराधों का गुलाम हो गया। क्यों हम 15 अगस्त और 26 जनवरी मनाकर देशभक्ति का ढोंग किया करते हैं। क्यों हम 15 अगस्त और 26 जनवरी मनाकर देशभक्ति का ढोंग किया करते हैं। भगत सिंह और महात्मा गांधी जैसे महान बलिदानियों को शर्मसार किया करते हैं। हमारे देश को आजादी दिलाते दिलाते वो खुद जान गंवा बैठे। हमारे देश को आजादी दिलाते दिलाते वो खुद जान गंवा बैठे। लेकिन हमारे देश को गुलाम बनाने वाले दुश्मन फिर से देश में आ बैठे। फिर से देश में आ बैठे। ਸੋ ਦੋਸਤੋ, ਇਹ ਸੀ ਮੀਨਾਕਸ਼ੀ ਜੀ ਦੇ ਮਨ ਦੇ ਭਾਵ ਜੋ ਇਹਨਾਂ ਨੇ ਫੌਜੀ ਵੀਰਾਂ ਵਾਸਤੇ ਲਿਖੇ ਸਨ। ਤੇ ਮੀਨਾਕਸ਼ੀ ਜੀ, ਆਪਾਂ ਅੱਗੇ ਵਧਾਉਂਦੇ ਆ। ਤੁਸੀਂ ਅੱਜ ਦੀ ਡੇਟ ਦੇ ਵਿੱਚ ਪੰਜਾਬੀ ਸਾਹਿਤ ਕਲਾ ਨੂੰ ਕਿਸ ਮੁਕਾਮ ਤੇ ਦੇਖਣਾ ਚਾਹੁੰਦੇ ਹੋ? ਮੈਂ ਤਾਂ ਸਰ ਇਹੀ ਚਾਹਾਂਗੀ ਕਿ ਹਰ ਬੱਚਾ ਜਿਹੜਾ ਆ ਉਹ ਸਾਹਿਤ ਦੀ ਪਹਿਲਾਂ ਤਾਂ ਕਦਰ ਕਰੇ। ਜੀ ਬਿਲਕੁਲ। ਤੇ ਕਿਉਂਕਿ ਜਦੋਂ ਕੋਈ ਵੀ ਸੁਣਦਾ ਆ ਕਿ ਤੁਸੀਂ ਕਵਿਤਾ ਲਿਖਦੇ ਹੋ ਜਾਂ ਤੁਸੀਂ ਗਜ਼ਲ ਲਿਖਦੇ ਹੋ ਜਾਂ ਗੀਤ ਲਿਖਦੇ ਹੋ ਤਾਂ ਉਹਨੂੰ ਜ਼ਿਆਦਾ ਕੋਈ ਪ੍ਰੋਤਸਾਹਨ ਨਹੀਂ ਦਿੱਤਾ ਜਾਂਦਾ। ਜੀ। ਸੁਣ ਕੇ ਬਸ ਇਹਨਾਂ ਕਿਹਾ ਜਾਂਦਾ ਆ ਕਿ ਹਾਂ ਠੀਕ ਹੈ, ਪਰ ਤੁਸੀਂ ਇਸ ਤੋਂ ਇਲਾਵਾ ਆਪਣਾ ਕੀ ਜੌਬ ਕਰਦੇ ਹੋ ਜਾਂ ਕੀ ਬਿਜ਼ਨਸ ਕਰਦੇ ਹੋ, ਇਹਨੂੰ ਕੋਈ ਵੱਡਾ ਕੰਮ ਨਹੀਂ ਗਿਣਿਆ ਜਾਂਦਾ। ਜਦਕਿ ਇਹ ਕੋਈ ਸੌਖਾ ਕੰਮ ਵੀ ਨਹੀਂ ਹੈ ਕਿ ਸ਼ਬਦਾਂ ਨੂੰ ਇੱਕ ਮਾਲਾ ਦੇ ਵਿੱਚ ਪਰੋਣ ਵਾਲਾ ਕੰਮ ਹੈ। ਤੇ ਜਿਹੜਾ ਕਿ ਜਦੋਂ ਸਿਰਫ ਆਪਾਂ ਸੁਣ ਕੇ ਆਪਾਂ ਕਹਿ ਦਈਏ ਕਿ ਹਾਂ ਬਹੁਤ ਵਧੀਆ ਲਿਖਿਆ, ਤੇ ਜੇ ਆਪਾਂ ਉਹਨੂੰ ਲਿਖਣ ਦੀ ਕੋਸ਼ਿਸ਼ ਕਰੀਏ ਤਾਂ ਸ਼ਾਇਦ ਉਹਦੇ 'ਚ ਬਹੁਤ ਦਿਮਾਗ ਵੀ ਖਰਚ ਹੋਏਗਾ ਤੇ ਆਪਣੀ ਸੋਚ ਕਿਤੇ ਨਾ ਕਿਤੇ ਉਹਨੂੰ ਜ਼ਰੂਰ ਟੱਚ ਕਰੇਗੀ ਕਿ ਕਿਸੇ ਨੇ ਲਿਖਿਆ ਆ ਤੇ ਉਹਦੇ 'ਚ ਮਿਹਨਤ ਬਹੁਤ ਲੱਗੀ ਆ। ਐਕਚੁਅਲ ਦੇ ਵਿੱਚ ਮੀਨਾਕਸ਼ੀ ਜੀ, ਹਰ ਇੱਕ ਨੂੰ ਇਹ ਚੀਜ਼ ਦੀ ਸੋਚੀ ਨਹੀਂ ਹੁੰਦੀ। ਹਾਂਜੀ। ਇਹ ਕੋਈ ਰੇਅਰ ਪਰਸਨ ਹੁੰਦੇ ਨੇ ਤੁਹਾਡੇ ਵਰਗੇ ਜਿਹੜੇ ਆਪਣੇ ਮਨ ਦੇ ਭਾਵਾਂ ਨੂੰ ਇੱਕ ਕਾਗਜ਼ ਦੇ ਉੱਤੇ ਲਿਖ ਕੇ ਉਸ ਕਾਗਜ਼ ਦੀ ਜਿਹੜੀ ਉਮਰ ਹੈ ਅਮਰ ਕਰ ਦਿੰਦੇ ਨੇ। ਤੇ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ, ਪੰਜਾਬੀ ਸਾਹਿਤ ਕਲਾ ਦੇ ਵਿੱਚ ਤੁਸੀਂ ਕਿੰਨਾ ਨੂੰ ਜ਼ਿਆਦਾ ਫੋਲੋ ਕਰਦੇ ਹੋ ਜਾਂ ਕਿੰਨਾ ਨੂੰ ਤੁਸੀਂ ਪੜ੍ਹਿਆ ਹੈ? ਮੈਂ ਆਪਣੇ ਸ਼ਿਵ ਕੁਮਾਰ ਬਟਾਲਵੀ ਜੀ, ਅੰਮ੍ਰਿਤਾ ਪ੍ਰੀਤਮ ਹੋ ਗਏ, ਇਹਨਾਂ ਨੂੰ ਪੜ੍ਹਿਆ ਹੈ। ਜ਼ਿਆਦਾਤਰ ਮੇਰਾ ਐਮਏ ਹਿੰਦੀ ਕਰਕੇ ਹਿੰਦੀ ਦੇ ਜਿਹੜੇ ਕਵੀ ਹੈਗੇ ਆ ਉਹਨਾਂ ਨੂੰ ਜ਼ਿਆਦਾ, ਕਬੀਰ ਦਾਸ, ਤੁਲਸੀਦਾਸ, ਰਹੀਮ, ਰਸ ਖਾਨ, ਇਹਨਾਂ ਨੂੰ ਪੜ੍ਹਿਆ। ਇਹਨਾਂ ਨੂੰ ਜ਼ਿਆਦਾ ਤੁਸੀਂ ਪੜ੍ਹਿਆ? ਹਾਂਜੀ। ਸੋ ਇਹ ਐਸੇ ਪਰਸਨ ਨੇ ਜਿਨ੍ਹਾਂ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਹਾਂਜੀ। ਸੋ ਇਸ ਤੋਂ ਇਲਾਵਾ ਤੁਹਾਡੇ ਮੀਨਾਕਸ਼ੀ ਜੀ, ਜਿਵੇਂ ਤੁਸੀਂ ਦੱਸ ਰਹੇ ਸੀ ਤੁਹਾਡੇ ਸ਼ੌਂਕ ਥੋੜਾ ਕੁਝ ਗਾਉਣਾ ਵਜਾਉਣਾ ਵੀ ਤੁਸੀਂ ਸ਼ੌਂਕ ਰੱਖਦੇ ਹੋ? ਹਾਂਜੀ ਬਿਲਕੁਲ, ਮੈਂ ਗਾਉਣ ਦਾ ਪੂਰਾ ਸ਼ੌਂਕ ਰੱਖਦੀ ਹਾਂ ਤੇ ਮੈਂ ਆਪਣੇ ਜਿਨ੍ਹਾਂ ਨੂੰ ਗੁਰੂ ਮੰਨਦੀ ਆ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣਦੀ ਵੀ ਰਹਿੰਦੀ ਆ। ਉਹ ਤਰਨਮ ਦੇ ਵਿੱਚ ਗਜ਼ਲ ਬਹੁਤ ਸੋਹਣੀ ਗਾਉਂਦੇ ਆ ਤੇ ਉਹਨਾਂ ਦੇ ਬਰਾਬਰ ਤਾਂ ਸ਼ਾਇਦ ਕਦੀ ਵੀ ਨਾ ਹੋ ਸਕੀ ਹੈ, ਪਰ ਮੈਂ ਥੋੜਾ ਸਿੱਖਣਾ ਸ਼ੁਰੂ ਕੀਤਾ ਆ ਤਾਂ ਕਿ ਮੈਂ ਵੀ ਆਪਣੀਆਂ ਕਵਿਤਾਵਾਂ ਨੂੰ ਜਿਹੜਾ ਆ ਉਹ ਗੀਤਾਂ ਦਾ ਰੂਪ ਦੇ ਸਕਾਂ, ਉਹਨਾਂ ਨੂੰ ਇੱਕ ਤਰਨਮ ਦੇ ਵਿੱਚ ਜਿਹੜਾ ਆ ਉਹ ਪੇਸ਼ ਕਰ ਸਕਾਂ। ਤੇ ਇਹਦੇ ਵਿੱਚ ਮੈਂ ਹੁਣ ਤੋਂ ਹੀ ਸ਼ੁਰੂ ਕੀਤੀ ਹੋਈ ਪ੍ਰੈਕਟਿਸ। ਉਮੀਦ ਆ ਜਲਦੀ ਹੀ ਮੈਂ ਇਹਨੂੰ ਇੱਕ ਗੀਤ ਦਾ ਰੂਪ ਜਿਹੜਾ ਆਪਣੀ ਕਵਿਤਾ ਨੂੰ ਦੇ ਸਕਾਂਗੀ। ਜੀ ਬਿਲਕੁਲ, ਇਸੇ ਕਰਕੇ ਹੀ ਅੱਜ ਆਪਾਂ ਇੱਕ ਮੀਨਾਕਸ਼ੀ ਜੀ ਵਾਸਤੇ ਸਪੈਸ਼ਲ ਸਾਜ਼ ਅਰੇਂਜ ਕੀਤਾ ਹੈ, ਜਿਹਨੂੰ ਤੁਸੀਂ ਦੇਖ ਰਹੇ ਹੋ ਗਿਟਾਰ, ਕਿ ਇਹਨਾਂ ਨੂੰ ਗਾਉਣ ਦਾ ਵੀ ਸ਼ੌਂਕ ਹੈ। ਸੋ ਅਸੀਂ ਆਸ ਰੱਖਦੇ ਹਾਂ, ਆਸ ਕਰਦੇ ਹਾਂ ਕਿ ਬਹੁਤ ਹੀ ਜਲਦੀ ਮੀਨਾਕਸ਼ੀ ਜੀ ਆਪਣੀ ਗਜ਼ਲ ਨੂੰ ਆਪਣੇ ਵੌਇਸ ਦੇ ਵਿੱਚ ਪਿਰੋ ਕੇ ਸਾਡੇ ਸਾਰਿਆਂ ਦੇ ਸਾਹਮਣੇ ਲਿਆਉਣ ਤੇ ਅਸੀਂ ਬੈਸਟ ਵਿਸ਼ੇਸ ਦਿੰਦੇ ਆ ਇਸ ਵਾਸਤੇ। ਮੀਨਾਕਸ਼ੀ ਜੀ, ਅੱਜ ਦੀ ਡੇਟ ਦੇ ਵਿੱਚ ਤੁਸੀਂ ਅੱਜ ਦੇ ਯੂਥ ਨੂੰ ਜਾਂ ਲੇਡੀਜ਼ ਨੂੰ ਜਾਂ ਗਰਲਸ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅੱਜ ਦੇ ਜਿਹੜੇ ਸਾਡੇ ਬੱਚੇ ਪੜ੍ਹਦੇ ਆ ਕਾਲਜਿਸ ਵਿੱਚ, ਸਕੂਲਸ ਦੇ ਵਿੱਚ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਆ ਉਹ ਬੁੱਕਸ ਦੇ ਨਾਲ ਜੁੜੋ।
ਕਿਉਂਕਿ ਸਮਾਂ ਜਿਹੜਾ ਇੱਕ ਵਾਰੀ ਨਿਕਲ ਜਾਂਦਾ ਉਹ ਦੁਬਾਰਾ ਹੱਥ ਨਹੀਂ ਆਉਂਦਾ। ਬਿਲਕੁਲ। ਬੱਚਿਆਂ ਦੀ ਜਿਹੜੀ ਟੀਨ ਏਜ ਹੁੰਦੀ ਆ ਉਹਦੇ 'ਚ ਉਹ ਮਜ਼ਾਕ ਸਮਝਦੇ ਆ ਇਸ ਗੱਲ ਨੂੰ, ਬਟ ਇਹ ਉਹ ਜਿਹੜੀ ਸਟੇਜ ਹੁੰਦੀ ਆ, ਚਾਹੇ ਤਾਂ ਤੁਸੀਂ ਉਸ ਆਪਣੀ ਲਾਈਫ ਨੂੰ ਸੈਟਲ ਕਰ ਲਓ ਜਾਂ ਫਿਰ ਨਵੀਆਂ ਚੀਜ਼ਾਂ ਦੇ ਕ੍ਰੇਜ਼ ਦੇ ਵਿੱਚ ਜਿਹੜਾ ਟਾਈਮ ਆ ਉਹ ਵੇਸਟ ਕਰ ਲਓ। ਕਿਉਂਕਿ ਫੋਨ ਚਲਾਉਣਾ ਜਾਂ ਟੀਵੀ ਦੇਖਣਾ ਜਾਂ ਮੂਵੀਜ਼ ਦੇਖਣਾ ਇਹ ਤਾਂ ਕਿਤੇ ਨਹੀਂ ਜਾਣਾ, ਇਹ ਇੱਥੇ ਹੀ ਆ। ਪਰ ਜਿਹੜਾ ਤੁਹਾਡਾ ਟਾਈਮ ਨਿਕਲ ਜਾਣਾ ਆ ਉਹ ਦੁਬਾਰਾ ਹੱਥ ਨਹੀਂ ਹੋਣਾ। ਜਿਹੜੀਆਂ ਓਪਰਚੁਨਿਟੀਜ਼ ਨਿਕਲ ਜਾਣੀਆਂ ਉਹ ਦੁਬਾਰਾ ਹੱਥ ਨਹੀਂ ਆਉਣੀਆਂ। ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜੀ ਤੁਹਾਡੀ ਏਜ ਨਿਕਲ ਜਾਣੀ, ਜਿਸ ਏਜ 'ਚ ਤੁਸੀਂ ਹੁਣ ਹੋ, ਉਹ ਜਿਹੜਾ ਤੁਸੀਂ ਹੁਣ ਕੰਮ ਕਰ ਸਕਦੇ ਹੋ ਸ਼ਾਇਦ ਬਾਅਦ ਵਿੱਚ ਜਿਹੜੀ ਆਪਣੀ ਏਜ ਆ ਉਹ ਸਾਥ ਨਹੀਂ ਦਿੰਦੀ। ਕਿਉਂਕਿ ਸਾਡੀਆਂ ਜਿਹੜੀਆਂ ਖੁਰਾਕਾਂ ਆ ਉਹ ਵੀ ਸਭ ਨੂੰ ਪਤਾ ਹੀ ਆ ਕਿ ਦਵਾਈਆਂ ਵਾਲੀਆਂ ਆ ਰਹੀਆਂ ਵਾ, ਕੈਮੀਕਲ ਵੇਸਟ ਆ, ਅਸੀਂ ਬਿਮਾਰ ਜਲਦੀ ਹੋ ਰਹੇ ਆ, ਤੇ ਸ਼ਾਇਦ ਸਾਡੀ ਹੁਣ ਸਿਹਤ ਜਿਹੜੀ ਆ ਉਹ ਉਸ ਚੀਜ਼ ਦੀ ਨਹੀਂ ਰਹਿ ਗਈ ਜੋ ਸਾਡੀ ਪਹਿਲਾਂ ਹੁੰਦੀ ਸੀ, ਤੇ ਨਾ ਹੀ ਅਸੀਂ ਆਪਣੀ ਬਾਡੀ ਤੋਂ ਉਹਨਾਂ ਕੰਮ ਲੈ ਪਾ ਰਹੇ ਹਾਂ ਅੱਜ ਕੱਲ੍ਹ। ਤੇ ਮੇਰੇ ਤਾਂ ਇਹੀ ਹੈ ਕਿ ਸਭ ਨੂੰ ਰਿਕੁਐਸਟ ਕਿ ਆਪਣਾ ਜਿਹੜਾ ਟਾਈਮ ਹੈ ਉਹਨੂੰ ਸੰਭਾਲੋ ਜੀ, ਟਾਈਮ ਦੀ ਕਦਰ ਕਰੋ ਤਾਂ ਕਿ ਕੱਲ ਨੂੰ ਤੁਹਾਡੀ ਕਦਰ ਹੋਵੇ ਜੀ। ਬਹੁਤ ਸੋਹਣਾ ਮੈਸੇਜ ਮੀਨਾਕਸ਼ੀ ਜੀ। ਜਿਵੇਂ ਕਿ ਦੋਸਤੋ ਤੁਸੀਂ ਦੇਖਿਆ ਕਿ ਮੀਨਾਕਸ਼ੀ ਜੀ ਨੇ ਬਚਪਨ ਤੋਂ ਹੀ ਆਪਣੇ ਟਾਈਮ ਨੂੰ ਵੇਸਟ ਨਹੀਂ ਜਾਣ ਦਿੱਤਾ। ਕੁਛ ਨਾ ਕੁਛ ਐਸੀ ਐਕਟੀਵਿਟੀਜ਼ ਕਰਦੇ ਰਹੇ ਜਿਹਦੇ ਕਰਕੇ ਅੱਜ ਮੀਨਾਕਸ਼ੀ ਜੀ ਦੀ ਬਹੁਤ ਹੀ ਵਧੀਆ ਪਹਿਚਾਣ ਸਮਾਜ ਦੇ ਵਿੱਚ ਇੱਕ ਆਰਟਿਸਟ ਵਜੋਂ ਵੀ ਬਣ ਰਹੀ ਹੈ ਤੇ ਵੱਡੇ ਕੰਮ ਵੀ ਨੇ। ਸੋ ਇਹਨਾਂ ਦੇ ਜਿਹੜੇ ਖਿਆਲਾਤ ਨੇ ਬਹੁਤ ਹੀ ਵੱਡੇ ਨੇ। ਤੁਸੀਂ ਅੱਜ ਦੀਆਂ ਹਾਊਸ ਵਾਈਫਸ ਨੂੰ ਆਪਣੇ ਉੱਤੋਂ ਪ੍ਰੇਰਿਤ ਕਰਕੇ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਜਿਵੇਂ ਅਸੀਂ ਦੇਖਿਆ ਕਿ ਤੁਸੀਂ ਇੱਕ ਹਾਊਸ ਵਾਈਫ ਹੋਣ ਦੇ ਬਾਵਜੂਦ ਆਪਣੇ ਜਿਹੜੇ ਸੁਪਨੇ ਨੇ ਜਾਂ ਆਪਣੇ ਮਨ ਦੇ ਭਾਵ ਨੇ ਉਹਨਾਂ ਨੂੰ ਤੁਸੀਂ ਬਹੁਤ ਵਧੀਆ ਰਸਤਾ ਦੇ ਰਹੇ ਹੋ। ਸੋ ਉਹਨਾਂ ਹਰ ਇੱਕ ਲੇਡੀ ਦੇ ਆਪਣੇ ਸੁਪਨੇ ਨੇ ਜਿਹੜੇ ਕਿ ਮੈਰਿਜ ਤੋਂ ਪਹਿਲਾਂ ਅਲੱਗ ਤੇ ਮੈਰਿਜ ਤੋਂ ਬਾਅਦ ਇਹ ਤੁਸੀਂ ਵੀ ਫੀਲ ਕਰਦੇ ਹੋਵੋਗੇ। ਸੋ ਉਹਨਾਂ ਲੇਡੀਜ਼ ਵਾਸਤੇ ਤੁਸੀਂ ਸਪੈਸ਼ਲ ਕੀ ਮੈਸੇਜ ਦੋਗੇ? ਸਰ ਮੈਂ ਲੇਡੀਜ਼ ਨੂੰ ਤਾਂ ਮੈਸੇਜ ਕੀ ਦਵਾਂਗੀ, ਕਿਉਂਕਿ ਸੁਪਨੇ ਤਾਂ ਸਾਰੇ ਹੀ ਦੇਖਦੇ ਆ ਤੇ ਹਰ ਬੰਦੇ ਦਾ ਸੁਪਨਾ ਹੁੰਦਾ ਆ ਕਿ ਕਾਸ਼ ਮੈਂ ਇਹ ਕਰ ਲਾਂ ਜਾਂ ਮੈਂ ਉਹ ਕਰ ਲਾਂ। ਮੈਂ ਜ਼ਿਆਦਾਤਰ ਫੈਮਲੀਜ਼ ਨੂੰ ਜ਼ਰੂਰ ਇਹ ਮੈਸੇਜ ਦਵਾਂਗੀ, ਚਾਹੇ ਉਹ ਮਤਲਬ ਅਨਮੈਰਿਡ ਲੜਕੀਆਂ ਆ ਉਹਨਾਂ ਦੀ ਫੈਮਲੀਜ਼ ਨੂੰ, ਤੇ ਚਾਹੇ ਉਹ ਮੈਰਿਡ ਹੈਗੀਆਂ ਉਹਨਾਂ ਦੇ ਹਸਬੈਂਡ ਨੂੰ, ਕਿ ਘੱਟੋ ਘੱਟ ਉਹਨਾਂ ਦੇ ਵਿਚਾਰ ਸੁਣੋ ਜ਼ਰੂਰ ਜੀ। ਬਿਲਕੁਲ। ਅਗਰ ਉਹਨਾਂ ਨੂੰ ਰਿਐਲਿਟੀ 'ਚ ਲਿਆਂਦਾ ਜਾ ਸਕਦਾ ਆ ਤੇ ਫਿਰ ਤੁਸੀਂ ਉਹਦੇ ਉੱਪਰ ਕੋਸ਼ਿਸ਼ ਕਰੋ। ਅਗਰ ਨਹੀਂ ਲਿਆਂਦਾ ਜਾ ਸਕਦਾ ਪਰ ਘੱਟੋ ਘੱਟ ਉਹਨਾਂ ਨੂੰ ਸੁਣੋ ਜ਼ਰੂਰ, ਕਿਉਂਕਿ ਅਗਰ ਉਹ ਵਿਚਾਰ ਮਨ 'ਚ ਰਹਿ ਜਾਣਗੇ ਤਾਂ ਉਹ ਕਿਤੇ ਨਾ ਕਿਤੇ ਮਨ 'ਚ ਇਕੱਠੇ ਹੁੰਦੇ ਰਹਿੰਦੇ ਆ ਤੇ ਉਹ ਨਫ਼ਰਤ ਦਾ ਰੂਪ ਲੈ ਲੈਂਦੇ ਆ। ਕਿ ਇੱਕ ਲੇਡੀ ਦਾ ਫਿਰ ਮਨ ਇਹੀ ਕਹਿੰਦਾ ਆ ਕਿ ਮੈਂ ਇਸ ਦੁਨੀਆ ਤੇ ਕਰਨ ਕੀ ਆਈ ਆ। ਇੱਕ ਸਿਰਫ ਰੋਟੀ ਬਣਾ ਲਈ ਜਾਂ ਘਰ ਦਾ ਕੰਮ ਕਰ ਲਿਆ, ਕੱਪੜੇ ਧੋ ਲਏ, ਪਰ ਮੇਰਾ ਆਪਣਾ ਉਹਦੇ 'ਚ ਕੀ ਸਵਾਦ ਆ। ਅਗਰ ਕਿਤੇ ਜਾਣਾ ਆ, ਫੈਮਿਲੀ ਨੇ ਜਾਣਾ ਆ ਜੀ, ਤਾਂ ਉਹ ਤਿਆਰ ਹੋ ਕੇ ਜਾ ਰਹੀ, ਲੇਕਿਨ ਉਹਦਾ ਆਪਣਾ ਕਿਤੇ ਜਾਣ ਦਾ ਮਨ ਹੋਵੇ ਤਾਂ ਉਹਦੇ 'ਚ ਕੀ। ਨੋ ਡਾਊਟ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਨ੍ਹਾਂ ਵਿੱਚ ਲੇਡੀਜ਼ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ, ਸਪੋਰਟ ਕੀਤਾ ਜਾਂਦਾ ਹੈ, ਪਰ ਅੱਜ ਵੀ ਪੰਜਾਬ ਦੇ ਕਾਫੀ ਘਰ ਇਹੋ ਜਿਹੇ ਨੇ ਜਿਨ੍ਹਾਂ ਤੱਕ ਉਹ ਜਿਹੜੀਆਂ ਚੀਜ਼ਾਂ ਆ ਉਹ ਨਹੀਂ ਪਹੁੰਚੀਆਂ। ਲੇਡੀਜ਼ ਅਜੇ ਵੀ ਆਪਣੇ ਘਰ ਤੱਕ ਸੀਮਿਤ ਨੇ ਤੇ ਬਹੁਤ ਜ਼ਿਆਦਾ ਕੰਮਾਂ 'ਚ ਰੁੱਝੀਆਂ ਰਹਿੰਦੀਆਂ ਨੇ, ਆਪਣੇ ਆਪ ਉੱਪਰ ਉਹਨਾਂ ਦਾ ਨਹੀਂ ਧਿਆਨ ਹੁੰਦਾ। ਤੇ ਸਾਡੀ ਸਰਕਾਰ ਨੇ ਵੀ ਲੇਡੀਜ਼ ਲਈ ਬਹੁਤ ਸਾਰੇ ਕਾਨੂੰਨ ਬਣਾਏ ਨੇ, ਪਰ ਉਹ ਕਾਨੂੰਨ ਕਿਤੇ ਨਾ ਕਿਤੇ ਲਾਗੂ ਹੋਣ ਦੇ ਵਿੱਚ ਬਹੁਤ ਢਿੱਲ ਰਹਿ ਗਈ ਆ ਤੇ ਸਾਡੀਆਂ ਲੇਡੀਜ਼ ਅੱਜ ਵੀ ਬਹੁਤ ਕੁਝ ਸਹਿ ਰਹੀਆਂ ਨੇ, ਇਹ ਸੱਚ ਹੈ ਜੀ। ਬਿਲਕੁਲ ਮੀਨਾਕਸ਼ੀ ਜੀ, ਤੁਸੀਂ ਕੀ ਚਾਹੁੰਦੇ ਹੋ ਕਿ ਗਵਰਨਮੈਂਟ ਕਿਹੋ ਜਿਹਾ ਸਪੋਰਟ ਕਰੇ ਅੱਜ ਦੀਆਂ ਲੇਡੀਜ਼ ਨੂੰ? ਸਰ ਗਵਰਨਮੈਂਟ ਨੂੰ ਤਾਂ ਮੇਰੀ ਇਹੀ ਰਿਕੁਐਸਟ ਹੈ ਕਿ ਗਵਰਨਮੈਂਟ ਕਹਿ ਰਹੀ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਜੀ, ਤੇ ਇਹਦੇ ਉੱਪਰ ਬਹੁਤ ਜ਼ਿਆਦਾ ਅਮਲ ਵੀ ਹੋਇਆ ਆ। ਬਹੁਤ ਸਾਰੇ ਲੋਕਾਂ ਨੇ ਜਿਹੜਾ ਆ ਉਹ ਬੇਟੀ ਨੂੰ ਬਚਾਇਆ ਵੀ ਆ, ਬੇਟੀ ਨੂੰ ਬਹੁਤ ਅੱਛੀ ਸਿੱਖਿਆ ਵੀ ਦਿੱਤੀ ਆ। ਪਰ ਕਿਤੇ ਨਾ ਕਿਤੇ ਜੇ ਆਪਾਂ ਨਿਊਜ਼ਪੇਪਰ ਨੂੰ ਚੱਕੀਏ ਜਾਂ ਆਪਣੇ ਜਿਹੜੇ ਵੂਮਨ ਸੈੱਲ ਖੋਲੇ ਗਏ ਨੇ ਜੋ ਕਿ ਬੇਸਿਕਲੀ ਲੇਡੀਜ਼ ਲਈ ਨੇ, ਉੱਥੇ ਜਾ ਕੇ ਦੇਖੀਏ ਤਾਂ ਅਸੀਂ ਦੇਖਾਂਗੇ ਕਿ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਨੇ ਉਹ ਸਫਰ ਕਰ ਰਹੀਆਂ ਨੇ ਅੱਜ ਵੀ ਜੀ। ਬਿਲਕੁਲ। ਤੇ ਸਰਕਾਰ ਨੂੰ ਬਹੁਤ ਹੀ ਸਖਤ ਜਿਹੜੇ ਕਾਨੂੰਨ ਬਣਾਉਣੇ ਚਾਹੀਦੇ ਆ ਕਿ ਬੇਟੀ ਪੜਾਓ ਤੇ ਬੇਟੀ ਬਚਾਓ ਤੱਕ ਠੀਕ ਆ, ਪਰ ਅੱਗੇ ਜਾ ਕੇ ਜਦੋਂ ਉਸ ਬੇਟੀ ਦੀ ਮੈਰਿਜ ਕਰਦੇ ਆ ਤੇ ਉੱਥੇ ਜਾ ਕੇ ਕਿੱਥੇ ਕਮੀ ਪੇਸ਼ੀ ਆ ਰਹੀ ਆ ਕਿ ਜਿਹੜਾ ਕਿ ਫਿਰ ਦੁਬਾਰਾ ਤੋਂ ਉਹ ਸਾਰਾ ਕੁਝ ਜਿਹੜਾ ਆ ਉਹ ਖਿਲਰਿਆ ਜਿਹਾ ਲੱਗਦਾ ਆ ਜੀ। ਸੋ ਦੋਸਤੋ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਇੱਕ ਸਟੈਪ ਲਈਏ ਕਿ ਜਿਨ੍ਹਾਂ ਦੇ ਵਿੱਚ ਹਿੰਮਤ, ਜਜ਼ਬਾ, ਸੁਪਨੇ ਨੇ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਇਸ ਚੈਨਲ ਰਾਹੀਂ ਪ੍ਰਮੋਟ ਕਰੀਏ ਤੇ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿਵਾਈਏ। ਸੋ ਲਾਸਟ ਤੇ ਮੀਨਾਕਸ਼ੀ ਜੀ, ਤੁਸੀਂ ਸਾਡੇ YouTube ਚੈਨਲ ਬਾਰੇ ਕੀ ਕਹਿਣਾ ਚਾਹੋਗੇ?
ਸਰ ਮੈਂ ਤੁਹਾਡੇ ਚੈਨਲ ਦੀ ਬਹੁਤ ਪ੍ਰੇਜ਼ ਕਰਾਂਗੀ, ਭਾਵੇਂ ਕਿ ਮੈਂ ਪਹਿਲਾਂ ਫੋਨ ਨੂੰ ਬਹੁਤ ਮਾੜਾ ਕਿਹਾ, ਪਰ ਮੈਂ ਇਹ ਵੀ ਨਾਲ ਕਿਹਾ ਕਿ ਇਹਦੇ ਬਹੁਤ ਸਾਰੇ ਫਾਇਦੇ ਵੀ ਨੇ ਜੀ ਬਿਲਕੁਲ ਜੋ ਕਿ ਅਸੀਂ ਨਹੀਂ ਲੈ ਰਹੇ। ਉਹਨਾਂ ਫਾਇਦਿਆਂ ਵਿੱਚੋਂ ਹੀ ਇੱਕ ਫਾਇਦਾ ਇਹ ਆ ਕਿ ਕਿਤੇ ਨਾ ਕਿਤੇ ਹੋ ਸਕਦਾ ਮੈਂ ਨਾ ਪਹੁੰਚ ਸਕੀ ਹੋਵਾਂ, ਜੀ ਤੇ ਬਿਲਕੁਲ ਤੁਹਾਡੇ ਜ਼ਰੀਏ ਸ਼ਾਇਦ ਮੈਂ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕਾਂ ਜਿਹੜੇ ਕਿ ਇਹ ਸਾਹਿਤਯ ਨਾਲ ਜਿਹੜੇ ਆ ਉਹ ਪਿਆਰ ਕਰਦੇ ਹੋਣ, ਸਾਹਿਤਯ ਨੂੰ ਸੁਣਨ ਦੇ ਇੱਛੁਕ ਹੋਣ, ਜੀ ਬਿਲਕੁਲ ਤੇ ਸ਼ਾਇਦ ਕਿਤੇ ਨਾ ਕਿਤੇ ਮੇਰਾ ਵੀ ਉਹਦੇ 'ਚ ਨਾਮ ਆ ਜਾਵੇ। ਜੀ ਬਿਲਕੁਲ ਤੇ ਮੈਂ ਬਹੁਤ ਜ਼ਿਆਦਾ ਤੁਹਾਡੀ ਪ੍ਰੇਜ਼ ਕਰਾਂਗੀ ਕਿ ਤੁਸੀਂ ਆਪਣਾ ਜਿਹੜਾ ਬਹੁਤ ਕੀਮਤੀ ਟਾਈਮ ਕੱਢ ਕੇ, ਕਿਉਂਕਿ ਅੱਜ ਦੇ ਸਮੇਂ ਦੇ ਜਿਹੜੀ ਸਭ ਤੋਂ ਵੱਡੀ ਕਮੀ ਇਹੀ ਆ ਕਿ ਸਾਡੇ ਕੋਲ ਇੱਕ ਦੂਜੇ ਲਈ ਸਮੇਂ ਨਹੀਂ ਹੈਗਾ। ਬਿਲਕੁਲ ਬਿਲਕੁਲ ਸਹੀ। ਤੇ ਕਿਸੇ ਲਈ ਸਮਾਂ ਕੱਢਣਾ ਤੇ ਉਹਦੀ ਇੰਟਰਵਿਊ ਕਰਨਾ, ਉਹਨੂੰ ਪ੍ਰਮੋਟ ਕਰਨਾ, ਉਹਦੇ ਬਾਰੇ ਕਿਸੇ ਨੂੰ ਜਾਣੂ ਕਰਾਉਣਾ, ਤੇ ਤਾਂ ਕਿ ਲੋਕੀ ਉਸ ਨੂੰ ਜਾਣਨ, ਅਗਰ ਉਸਨੇ ਕੁਝ ਕੰਮ ਇਦਾਂ ਦਾ ਕੀਤਾ ਹੈ ਤੇ ਉਹ ਦੁਨੀਆ ਨੂੰ ਵੀ ਪਤਾ ਲੱਗੇ, ਜੀ ਬਿਲਕੁਲ ਇਹ ਕੋਈ ਛੋਟਾ ਕੰਮ ਨਹੀਂ ਹੈਗਾ। ਤੇ ਮੈਂ ਕਹਾਂਗੀ ਕਿ ਮੈਂ ਤਾਂ ਕੁਝ ਵੀ ਨਹੀਂ ਕਰ ਰਹੀ, ਤੇ ਤੁਸੀਂ ਸਾਨੂੰ ਪ੍ਰਮੋਟ ਕਰਕੇ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ। ਥੈਂਕ ਯੂ ਵੈਰੀ ਮਚ ਜੀ। ਸੋ ਇਹ ਸੀ ਦੋਸਤੋ ਮੀਨਾਕਸ਼ੀ ਜੀ, ਜਿਨ੍ਹਾਂ ਨੇ ਆਪਣੇ ਲਾਈਫ ਦੇ ਕੁਝ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਇਸੇ ਤਰ੍ਹਾਂ ਅਸੀਂ ਹਰ ਵਾਰੀ ਕੋਈ ਨਵੇਂ ਗੈਸਟ ਜਿਨ੍ਹਾਂ ਦੇ ਵਿੱਚ ਟੈਲੈਂਟ, ਜੋਸ਼, ਹਿੰਮਤ, ਹਾਰਡ ਵਰਕਿੰਗ ਜਾਂ ਉਹ ਆਪਣੇ ਆਪ ਨੂੰ ਪ੍ਰੂਵ ਕਰਨਾ ਚਾਹੁੰਦੇ ਨੇ ਅੱਜ ਦੇ ਸਮਾਜ ਦੇ ਵਿੱਚ, ਉਹ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਸਾਨੂੰ ਸੰਪਰਕ ਕਰ ਸਕਦੇ ਨੇ ਤੇ ਅਸੀਂ ਉਹਨਾਂ ਨੂੰ ਇਸ ਪਲੇਟਫਾਰਮ ਦੇ ਰਾਹੀਂ ਪ੍ਰਮੋਟ ਕਰਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਤੇ ਮੀਨਾਕਸ਼ੀ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਥੈਂਕ ਯੂ ਸਰ ਤੁਹਾਡਾ, ਤੇ ਬਹੁਤ ਦਰਸ਼ਕਾਂ ਦਾ ਵੀ ਥੈਂਕ ਯੂ ਜਿਨ੍ਹਾਂ ਨੇ ਟਾਈਮ ਕੱਢ ਕੇ ਸੁਣਿਆ ਸਾਨੂੰ। ਥੈਂਕ ਯੂ ਵੈਰੀ ਮਚ ਦੋਸਤੋ।